ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਇਕੱਤਰ ਹੋਏ ਸਮੂਹ ਹਾਜ਼ਰੀਨ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਦੋ ਤਰ੍ਹਾਂ ਦਾ ਅਮਲ ਚੱਲਿਆ। ਇੱਕ ਤਾਂ ਫੌਜੀ ਜਾਂ ਪੁਲਿਸ ਦੇ ਵੱਲੋਂ ਕੀਤੀ ਗਈ ਘੇਰਾਬੰਦੀ ਜਾਂ ਦੇਸ਼ ਦੇ ਸਰੀਰਕ ਰੂਪ ਦੇ ਵਿੱਚ ਜੋ ਕੁਝ ਵਾਪਰਿਆ, ਉਹਦੇ ਤੋਂ ਆਪਾਂ ਕਾਫੀ ਵਾਵਾਸਤਾ ਹੈਗੇ ਹਾਂ। ਪਰ ਇਹਦੇ ਨਾਲ ਇਹਦੇ ਸਮਾਨਾਂਤਰ ਹੀ ਇੱਕ ਹੋਰ ਅਮਲ ਚੱਲਿਆ, ਜਿਹੜਾ ਕਿ ਇੱਕ ਮਨੋਵਿਗਿਆਨਕ ਹਮਲੇ ਦੇ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ। ਔਰ ਉਹਦੇ ਵਿੱਚ ਪ੍ਰਮੁੱਖ ਰੂਪ ਦੇ ਵਿੱਚ ਇੱਕ ਸਮਰੱਥਾ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਪੈਦਾ ਹੋਈ, ਔਰ ਅਸੀਂ ਕਾਫੀ ਸਮੇਂ ਤੋਂ ਇਹ ਗੱਲ ਕਹਿ ਰਹੇ ਸੀਗੇ ਕਿ ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਤੇ ਖਾਸ ਕਰਕੇ ਪੰਜਾਬ ਰਹਿੰਦਾ ਜਿਹੜਾ ਸਿੱਖ ਭਾਈਚਾਰਾ ਆ, ਇਹ ਐਮਰਜੈਂਸੀ ਤੋਂ ਬਾਅਦ 1977 ਵਾਲੀ ਸਥਿਤੀ ਦੇ ਵਿੱਚ ਆ ਗਏ ਆ ਕਿ ਜਿਸ ਸਮੇਂ ਇੰਡੀਆ ਉਪ ਮਹਾਦੀਪ ਜਿਹੜਾ ਆ ਇਹਦੇ ਵਿੱਚ ਰਾਜ ਸੱਤਾ ਕੇਂਦਰੀਕਰਨ ਵੱਲ ਨੂੰ ਜਾ ਰਹੀ ਹੈ, ਤੇ ਦੂਸਰੇ ਪਾਸੇ ਉਹਦੇ ਮੁਕਾਬਲੇ ਦੇ ਉੱਪਰ ਇੱਕ ਸਾਂਝੀ ਜੱਦੋਜਹਿਦ ਜਿਹੜੀ ਹੈ ਉਹ ਉੱਭਰ ਰਹੀ ਹੈ। ਔਰ ਸਵੱਬ ਵੱਸ ਦੋਵੇਂ ਵਾਰ ਹੀ, ਐਮਰਜੈਂਸੀ ਤੋਂ ਬਾਅਦ ਵੀ, ਕਿਸਾਨੀ ਸੰਘਰਸ਼ ਵੇਲੇ ਵੀ ਪੰਜਾਬ ਨੇ ਤੇ ਖਾਸ ਕਰਕੇ ਸਿੱਖਾਂ ਨੇ ਉਹਦੇ ਵਿੱਚ ਮੂਹਰੀ ਭੂਮਿਕਾ ਜਿਹੜੀ ਆ ਉਹ ਨਿਭਾਈ ਹੈ। ਸੋ ਜਦੋਂ ਇੰਨੀ ਜ਼ਿਆਦਾ ਸਮਰੱਥਾ ਇੱਕ ਭਾਈਚਾਰੇ ਦੇ ਕੋਲ ਜਾਂ ਇੱਕ ਖਿੱਤੇ ਦੇ ਕੋਲ ਇਕੱਤਰ ਹੋ ਰਹੀ ਹੈ, ਤਾਂ ਆਪਾਂ ਜੇ ਪਿਛਲਾ ਸਮਾਂ ਦੇਖੀਏ 77 ਤੋਂ 82 ਤੱਕ ਦਾ ਸਮਾਂ, ਤਾਂ ਉਸ ਸਮੇਂ ਲਗਾਤਾਰ ਇੱਕ ਅਮਲ ਚੱਲਿਆ ਜਿਹਦੇ ਰਾਹੀਂ ਪੰਜਾਬ ਨੂੰ ਆਮ ਕਰਕੇ, ਸਿੱਖਾਂ ਨੂੰ ਖਾਸ ਕਰਕੇ, ਉਹਨਾਂ ਨੂੰ ਡੈਮੋਨਾਈਜ਼ ਕਰਨਾ, ਡੀਫੇਮ ਕਰਨਾ, ਆਈਸੋਲੇਟ ਕਰਨਾ, ਬਦਨਾਮ ਕਰਨਾ, ਬਿਲਕੁਲ ਨਖੇੜ ਕੇ ਨਿਸ਼ਾਨੇ ਦੇ ਉੱਤੇ ਲੈਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਸੀਗੀ। ਔਰ ਇਸੇ ਤਰ੍ਹਾਂ ਦਾ ਹੀ ਅਮਲ ਇਹ ਕਿਆਸਿਆ ਜਾ ਰਿਹਾ ਸੀਗਾ ਕਿ ਹੁਣ ਵੀ ਸਟੇਟ ਦੇ ਵੱਲੋਂ ਅਪਣਾਇਆ ਜਾਊਗਾ। ਉਹਦੇ ਬਹੁਤ ਸਾਰੇ ਪਿਛਲੇ ਸਮੇਂ ਦੇ ਦੌਰਾਨ ਪੜਾਅ ਆਏ, ਪਰ ਸਭ ਤੋਂ ਵੱਜਵੇਂ ਰੂਪ ਦੇ ਵਿੱਚ ਜਿਹੜਾ ਪੜਾਅ ਸੀਗਾ ਉਹ 18 ਮਾਰਚ ਤੋਂ ਸ਼ੁਰੂ ਹੋਇਆ, ਜਦੋਂ ਕਿ ਗ੍ਰਿਫਤਾਰੀਆਂ ਦੇ ਅਮਲ ਦੇ ਨਾਲ ਨਾਲ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਮਲ ਚੱਲਿਆ, ਘੇਰਾਬੰਦੀ ਤੇ ਤਲਾਸ਼ੀ ਮੁਹਿੰਮ, ਆਪਰੇਸ਼ਨ ਕਾਸੋ, ਕਾਰਡਨ ਐਂਡ ਸਰਚ ਆਪਰੇਸ਼ਨ ਦਾ ਨਾਂ ਇਹਨੂੰ ਦਿੱਤਾ ਗਿਆ, ਜਿਹੜਾ ਕਿ ਸਰੀਰਕ ਰੂਪ ਦੇ ਵਿੱਚ ਆਪਾਂ ਨੂੰ ਦਿਸ ਰਿਹਾ ਸੀ ਸਾਰਿਆਂ ਨੂੰ, ਪਰ ਉਹਦੇ ਮੁਕਾਬਲੇ ਦੇ ਉੱਪਰ ਉਸੇ ਵੇਲੇ ਹੀ ਇੱਕ ਮਨੋਵਿਗਿਆਨਕ ਹਮਲਾ ਜਿਹੜਾ ਆ ਉਹ ਵਰਤਿਆ ਜਾ ਰਿਹਾ ਸੀ। ਸੋ ਇਸ ਕਰਕੇ ਅੱਜ ਦੀ ਗੱਲਬਾਤ ਦਾ ਜਿਹੜਾ ਵਿਸ਼ਾ ਉਹ ਇਹ ਚੁਣਿਆ ਗਿਆ ਕਿ ਬਿਜਲ ਸੱਥ ਰੋਕਾਂ ਨੂੰ ਮਨੋਵਿਗਿਆਨਕ ਜੰਗ ਦੇ ਸੰਦ ਵਜੋਂ ਵਰਤਣਾ, ਦਿੱਲੀ ਦਰਬਾਰ ਦਾ ਪੰਜਾਬ ਤਜਰਬਾ। ਕਿ ਜਿਹੜਾ ਸੋਸ਼ਲ ਮੀਡੀਆ ਆ, ਸੋਸ਼ਲ ਮੀਡੀਆ ਨੂੰ ਤੇ ਇਹਦੇ ਉੱਪਰ ਲੱਗਣ ਵਾਲੀਆਂ ਰੋਕਾਂ ਨੂੰ, ਕੀ ਇਹਨਾਂ ਨੂੰ ਮਨੋਵਿਗਿਆਨਕ ਹਮਲੇ ਦੇ ਹਥਿਆਰ ਵਜੋਂ ਵਰਤਿਆ ਜਾ ਸਕਦਾ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਦੂਸਰੀ ਗੱਲ ਇਹ ਹੈਗੀ ਕਿ ਇੱਕ ਅਜਿਹਾ ਮਾਧਿਅਮ ਜਿਹਦੇ ਬਾਰੇ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹਨੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੇ ਇੰਨੇ ਰਾਹ ਖੋਲ੍ਹੇ ਨੇ ਕਿ ਜਿਹੜੇ ਇਸ ਤੋਂ ਪਹਿਲਾਂ ਨਹੀਂ ਸੀਗੇ, ਰਵਾਇਤੀ ਮੀਡੀਆ ਦੇ ਵਿੱਚ ਨਹੀਂ ਸੀਗੇ। ਸੋ ਇਸ ਤਰ੍ਹਾਂ ਦੇ ਮਾਧਿਅਮ ਨੂੰ ਕੀ ਸਟੇਟ ਇੱਕ ਸਾਈਕੋਲੋਜੀਕਲ ਵਾਰਫੇਅਰ ਦੇ ਵੈਪਨ ਦੇ ਤੌਰ ਤੇ ਵੈਪਨਾਈਜ਼ ਕਰ ਸਕਦੀ ਹੈ, ਉਹਨੂੰ ਇਸ ਤਰ੍ਹਾਂ ਦੇ ਸੰਦ ਦੇ ਵਿੱਚ ਤਬਦੀਲ ਕਰ ਸਕਦੀ ਹੈ। ਇਹਨੂੰ ਆਪਾਂ ਹਾਲੀਆ ਜਿਹੜਾ ਪੰਜਾਬ ਦੇ ਵਿੱਚ ਘਟਨਾਕ੍ਰਮ ਵਾਪਰਿਆ ਔਰ ਉਹਦੇ ਪਿੱਛੇ ਕਿਸ ਤਰ੍ਹਾਂ ਦੇ ਨਕਸ਼ ਉੱਭਰ ਕੇ ਆਏ ਨੇ, ਜਿਨ੍ਹਾਂ ਨੂੰ ਆਪਾਂ ਪੈਟਰਨ ਕਹਿ ਲੈਂਦੇ ਆਮ ਤੌਰ ਦੇ ਉੱਪਰ, ਜਾਂ ਕਿਸ ਤਰ੍ਹਾਂ ਦਾ ਸਾਰਾ ਇੱਕ ਤੰਤਰ ਜਾਂ ਸਿਸਟਮ, ਮੈਕੈਨਿਜ਼ਮ ਜਿਹੜਾ ਉਹਦੇ ਪਿੱਛੇ ਕੰਮ ਕਰ ਰਿਹਾ ਸੀਗਾ, ਇਹਨਾਂ ਨੂੰ ਆਪਾਂ ਦੇਖਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ। ਸੋ 18 ਮਾਰਚ 2023 ਨੂੰ ਜਿਹੜੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚੱਲੀ, ਉਹਦੇ ਵਿੱਚ ਇੱਕ ਜਿਹੜਾ ਖਾਸ ਤੌਰ ਦੇ ਉੱਪਰ ਹਥਿਆਰ ਇਸਤੇਮਾਲ ਹੋਇਆ ਮਨੋਵਿਗਿਆਨਿਕ ਪੱਧਰ ਤੇ, ਉਹ ਸੀਗੀ ਕਨਫਿਊਜ਼ਨ, ਭੰਬਲ ਭੂਸਾ, ਕਿ ਕਿਸੇ ਨੂੰ ਵੀ ਇਹ ਗੱਲ ਦਾ ਪਤਾ ਨਾ ਲੱਗੇ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਆ। ਔਰ ਜਿਹੜੇ ਸਾਡੇ ਮਤਲਬ ਬਜਾਲੀ ਖਬਰ ਅਖਾੜੇ, ਮੈਂ ਸ਼ਬਦ ਵਰਤਣਾ ਚਾਹੂੰਗਾ, ਜਿਹੜੇ ਮਤਲਬ, ਕਿਉਂਕਿ ਉਹ ਬਿਲਕੁਲ ਹੀ, ਜੇ ਤੁਸੀਂ ਉਹਨਾਂ ਚੈਨਲਾਂ ਦੀ ਪੇਸ਼ਕਾਰੀ ਦੇਖੋ, ਉਹ ਬਿਲਕੁਲ ਇੱਕ ਅਖਾੜੇ ਵਰਗੀ ਹੈ, ਜਿਹਦੇ ਵਿੱਚ ਇੱਕ ਕਲਾਕਾਰ ਵਾਂਗੂ ਜਿਹੜਾ ਖਬਰ ਪੇਸ਼ ਕਰਨ ਵਾਲਾ ਬੰਦਾ ਆ ਉਹ ਵਿੱਚ ਖੜ ਕੇ, ਤੇ ਬਿਲਕੁਲ ਜਿੱਦਾਂ ਇੱਕ ਅਖਾੜੇ ਦੇ ਉੱਪਰ ਇੱਕ ਕਲਾਕਾਰ ਆਪਣੀ ਪਰਫਾਰਮੈਂਸ ਦੇ ਰਿਹਾ ਹੁੰਦਾ, ਬਿਲਕੁਲ ਉਸ ਤਰੀਕੇ ਦੇ ਨਾਲ ਪੇਸ਼ਕਾਰੀ ਖਬਰਾਂ ਦੀ ਜਿਹੜੀ ਉਹ ਕੀਤੀ ਜਾਂਦੀ। ਔਰ ਇਹ ਗੱਲ ਕਹੀ ਜਾ ਰਹੀ ਸੀ ਕਿ ਪਲ ਪਲ ਦੀ ਖਬਰ ਦਿੱਤੀ ਜਾ ਰਹੀ ਹੈ, ਪਰ ਤੁਸੀਂ ਦੇਖੋਗੇ ਉਹ ਪਲ ਪਲ ਦੀ ਖਬਰ ਪਲ ਪਲ ਦੇ ਵਿੱਚ ਹੀ ਬਦਲ ਰਹੀ ਸੀਗੀ, ਔਰ ਇੱਕੋ ਪਲ ਹੀ ਦੋ ਇੱਕ ਆਪਾ ਵਿਰੋਧੀ ਖਬਰਾਂ ਚੱਲੀ ਜਾ ਰਹੀਆਂ ਸੀਗੀਆਂ। ਸਭ ਤੋਂ ਵੱਡਾ ਸਵਾਲ ਤਾਂ ਇਹ ਸੀਗਾ ਵੀ ਕੀ ਅੰਮ੍ਰਿਤਪਾਲ ਸਿੰਘ ਹੁਣੀ ਗ੍ਰਿਫਤਾਰ ਹੋ ਗਏ? ਸੋ ਉਸ ਮਾਮਲੇ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਤਾਂ ਇੱਕੋ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਗ੍ਰਿਫਤਾਰ ਹੋ ਗਏ, ਨਾਲ ਦੀ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਕੁਝ ਸੂਤਰ ਇਹ ਕਹਿ ਰਹੇ ਆ ਕਿ ਨਹੀਂ, ਉਹ ਐਸਕੇਪ ਕਰ ਗਿਆ ਉੱਥੋਂ।
ਸੋ ਇਹ ਬਿਲਕੁਲ ਮਿੱਥ ਕੇ ਇੱਕ ਭੰਬਲ ਭੂਸਾ ਜਿਹੜਾ ਆ ਉਹ ਫੈਲਾਇਆ ਗਿਆ। ਔਰ ਇੱਕ ਗੱਲ ਇਹ ਵੀ ਹੈਗੀ ਕਿ ਕਨਫਿਊਜ਼ਨ ਇਹ ਪਹਿਲੀ ਵਾਰ ਨਹੀਂ ਹੈ ਕਿ ਕਨਫਿਊਜ਼ਨ ਨੂੰ ਇੱਕ ਵੈਪਨ ਦੇ ਤੌਰ ਦੇ ਉੱਤੇ ਵਰਤਿਆ ਹੋਵੇ। ਇਹ ਬਹੁਤ ਸਮਾਂ ਪਹਿਲਾਂ ਤੋਂ ਵਰਤਿਆ ਜਾਂਦਾ ਹੈ, ਕਿਉਂਕਿ ਜਾਣਕਾਰੀ ਸਭ ਤੋਂ ਵੱਧ ਅਹਿਮ ਹੁੰਦੀ ਹੈ। ਜਾਣਕਾਰੀ ਤੋਂ ਹੀ ਬੰਦਾ ਇਹ ਦੇਖਦਾ ਕਿ ਉਹਨੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਇਸਤੇਮਾਲ ਕਰਨਾ ਹੈ, ਕਿਸ ਤਰ੍ਹਾਂ ਦਾ ਅਖਤਿਆਰ ਕਰਨਾ ਹੈ। ਸੋ ਜੇ ਜਾਣਕਾਰੀ ਹੀ ਇਸ ਤਰ੍ਹਾਂ ਦੀ ਆ ਰਹੀ ਹੈ ਕਿ ਬੰਦੇ ਦੇ ਮਨ ਦੇ ਵਿੱਚ ਹੀ ਇੱਕ ਦੁਬਿਧਾ ਖੜੀ ਹੋ ਜਾਵੇ, ਤਾਂ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਕੀਤਾ ਕੀ ਜਾਵੇ। ਸੋ ਪਹਿਲੋਂ ਜਿਹੜੇ ਮਾਧਿਅਮ ਸੀਗੇ ਉਹਨਾਂ ਦੇ ਵਿੱਚ ਇੱਕ ਤਾਂ ਭਰਮ ਫੈਲਾਊ ਮਹਿਕਮਾ, ਡਿਸਇਨਫੋਰਮੇਸ਼ਨ ਡਿਪਾਰਟਮੈਂਟ। ਸੰਗਤ ਸਿੰਘ ਉਹਨਾਂ ਦੀ ਕਿਤਾਬ ਦੀ ਭੂਮਿਕਾ ਪੜ੍ਹ ਕੇ ਬਹੁਤੇ ਸਿੱਖਾਂ ਨੂੰ ਪਤਾ ਲੱਗਿਆ ਸੀਗਾ ਵੀ ਸਰਕਾਰ ਦਾ ਕੋਈ ਇੱਦਾਂ ਦਾ ਮਹਿਕਮਾ ਵੀ ਹੁੰਦਾ ਜਿਹੜਾ ਕਿ ਭੁਲੇਖਾ ਪਾਊ ਖਬਰਾਂ ਫੈਲਾਉਣਾ, ਜਿਹਦਾ ਕੰਮ ਹੀ ਹੁੰਦਾ ਆ। ਸੋ ਪਹਿਲਾਂ ਇਹ ਕੰਮ ਜ਼ਿਆਦਾਤਰ ਉਹਦੇ ਰਾਹੀਂ ਕੀਤਾ ਜਾਂਦਾ ਸੀ। ਉਹ ਆਪਣੇ ਸਰੋਤਾਂ ਦੇ ਰਾਹੀਂ, ਸੂਤਰਾਂ ਦੇ ਰਾਹੀਂ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਫੈਲਾਉਂਦੇ ਸੀਗੇ। ਔਰ ਵੱਡਾ ਮਾਧਿਅਮ ਜਿਹੜਾ ਉਹ ਖਬਰਾਂ ਹੁੰਦੀਆਂ ਸੀ, ਜਿਹਦੇ ਵਿੱਚ ਛਾਪੇਖਾਨੇ ਵਾਲੀਆਂ ਖਬਰਾਂ ਤੇ ਰੇਡੀਓ ਜਾਂ ਟੀਵੀ ਦੇ ਉੱਪਰ ਜਿਹੜੀਆਂ ਖਬਰਾਂ ਹੁੰਦੀਆਂ ਸੀ ਉਹ ਹੁੰਦੀਆਂ ਸੀਗੀਆਂ। ਸੋ ਇਹ ਕੋਈ ਨਵਾਂ ਵਰਤਾਰਾ ਨਹੀਂ ਸੀਗਾ, ਪਰ ਇਹ ਬਹੁਤ ਜ਼ਿਆਦਾ ਕਾਰਗਰ ਹੋਇਆ ਇਸ ਵਾਰ। ਉਹ ਇਸ ਕਰਕੇ ਕਿ ਜਿਹੜੀ ਇਹ ਬਿਜਲ ਸੱਥ ਹੈ, ਜਿਹਦੇ ਉੱਪਰ ਹਰ ਇੱਕ ਬੰਦਾ ਹਰ ਸਮੇਂ ਹੀ ਲਗਭਗ ਜੁੜਿਆ ਹੋਇਆ, ਔਰ ਲਗਭਗ ਸਾਡੀ ਅੱਧੀ ਆਬਾਦੀ ਜਿਹੜੀ ਆ ਉਹ ਸਾਹ ਲੈਣ ਵਾਂਗੂ ਇਹਦੇ ਨਾਲ ਜੁੜੀ ਹੋਈ ਹੈ। ਸੋ ਉਹਦੇ ਵਿੱਚ ਇੱਕ ਤਾਂ ਇਹਦਾ ਦਾਇਰਾ ਬਹੁਤ ਜ਼ਿਆਦਾ ਵਿਆਪਕ ਸੀਗਾ, ਔਰ ਦੂਸਰਾ ਇਹਦੀ ਕਾਰਗਾਰਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਪ੍ਰਚੰਡ ਸੀਗੀ। ਸੋ ਇਸ ਕਰਕੇ ਬੜੀ ਤੇਜ਼ੀ ਦੇ ਨਾਲ ਹੋਇਆ। ਵੈਸੇ ਮੁੱਖ ਜਿਹੜਾ ਆਪਣਾ ਵਿਸ਼ਾ ਹੈ ਰੋਕਾਂ ਦਾ, ਆਪਾਂ ਉਹਦੇ ਬਾਰੇ ਦੇ ਵਿੱਚ ਵੀ ਆਵਾਂਗੇ, ਪਰ ਇਹ ਪਹਿਲਾ ਪੱਖ ਸੀਗਾ ਜਿੱਥੇ ਕਿ ਮਿੱਥ ਕੇ ਇੱਕ ਖਾਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਫੈਲਾਈ ਗਈ। ਔਰ ਅਖੀਰ ਤੱਕ ਤੁਸੀਂ ਸਿਰਫ ਜੇ ਕਨਫਿਊਜ਼ਨ ਦੇ ਪੱਖ ਤੋਂ ਹੀ ਖਬਰਾਂ ਜਾਂ ਜਿੰਨੀ ਵੀ ਕਵਰੇਜ ਹੋਈ ਹੈ ਉਹਨੂੰ ਸਾਰੇ ਨੂੰ ਦੇਖੋਗੇ, ਤੁਹਾਨੂੰ ਲੱਗੂਗਾ ਕਿ ਇਹ ਇੱਕ ਇੱਦਾਂ ਦਾ ਨੁਕਤਾ ਸੀਗਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਲਗਾਤਾਰ ਬਰਕਰਾਰ ਰਿਹਾ। ਗ੍ਰਿਫਤਾਰੀ ਦਾ ਅਮਲ ਸ਼ੁਰੂ ਹੋਣ ਤੋਂ ਲੈ ਕੇ ਔਰ ਗ੍ਰਿਫਤਾਰੀ ਹੋ ਜਾਣ ਤੱਕ ਵੀ ਲਗਾਤਾਰ ਇਸ ਮਾਮਲੇ ਤੋਂ ਭੰਬਲ ਭੂਸੇ ਦੇ ਪੱਖ ਤੋਂ, ਕਨਫਿਊਜ਼ਨ ਦੇ ਪੱਖ ਤੋਂ ਇੱਕ ਲਗਾਤਾਰਤਾ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਸੋ ਦੂਸਰੀ ਗੱਲ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਬਿਜਲ ਸੱਥ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈਗਾ ਕਿ ਜਿੱਥੇ ਸਿਰਫ ਜਾਣਕਾਰੀ ਤੁਸੀਂ ਹਾਸਲ ਹੀ ਨਹੀਂ ਕਰ ਰਹੇ, ਉਹਦੇ ਉੱਪਰ ਤੁਹਾਡੇ ਕੋਲ ਇਹ ਆਜ਼ਾਦੀ ਹੈ ਕਿ ਤੁਸੀਂ ਜਾਣਕਾਰੀ ਪਾ ਵੀ ਰਹੇ ਹੋ। ਸੋ ਇਹ ਪੱਖ ਜਿਹੜਾ ਆ ਇਹ ਬਹੁਤ ਜ਼ਿਆਦਾ ਅਹਿਮ ਸੀਗਾ। ਸਰਕਾਰ ਦੇ ਵਾਸਤੇ ਸਿਰਫ ਇੰਨੀ ਗੱਲ ਕਾਫੀ ਨਹੀਂ ਸੀਗੀ ਕਿ ਜਿਸ ਤਰ੍ਹਾਂ ਦਾ ਬਿਰਤਾਂਤ ਉਹ ਘੜਨਾ ਚਾਹ ਰਹੇ ਆ ਜਾਂ ਜਿਸ ਤਰ੍ਹਾਂ ਦਾ ਮਾਹੌਲ ਘੜਨਾ ਚਾਹ ਰਹੇ ਆ, ਉਸ ਮਾਹੌਲ ਨੂੰ ਘੜਨ ਦੇ ਵਾਸਤੇ ਆਪਣੇ ਬਿਰਤਾਂਤ ਦੇ ਅਨੁਸਾਰ ਹੀ ਜਾਣਕਾਰੀ ਪਾਈ ਜਾਵੇ, ਬਲਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿ ਜਿਹੜੀ ਦੂਸਰੀ ਉਹਦੇ ਵਿਰੋਧ ਦੇ ਵਿੱਚ ਜਾਣਕਾਰੀ ਪੈਣੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ। ਇਹਦੇ ਦੋ ਪੱਖ ਨੇ, ਇੱਕ ਦੀ ਆਪਾਂ ਛੋਟੀ ਜਿਹੀ ਚਰਚਾ ਕਰਕੇ ਵੱਡਾ ਪੱਖ ਜਿਹੜਾ ਦੂਸਰਾ ਵਿਚਾਰਨ ਵਾਲਾ ਬਣਦਾ ਹੈ, ਜਿਹੜਾ ਕਿ ਮਨੋਵਿਗਿਆਨਕ ਹਮਲੇ ਦਾ ਪੈਟਰਨ ਕੀ ਰਿਹਾ, ਉਹਦੇ ਨਕਸ਼ ਕਿਸ ਤਰ੍ਹਾਂ ਦੇ ਆਏ, ਉਹਦੇ ਪਿੱਛੇ ਤੰਤਰ ਕਿਸ ਤਰ੍ਹਾਂ ਦਾ ਕੰਮ ਕਰਦਾ ਹੈ, ਉਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ। ਪਹਿਲਾ ਪੱਖ ਤੇ ਇਹ ਹੈਗਾ ਕਿ ਅੰਮ੍ਰਿਤਪਾਲ ਸਿੰਘ ਹੋਣਾ ਦਾ ਜਿਹੜਾ ਪੰਜਾਬ ਦੇ ਵਿੱਚ ਉਭਾਰ ਹੈ, ਉਹਦੇ ਵਿੱਚ ਇੱਕ ਬਹੁਤ ਜ਼ਿਆਦਾ ਖਾਸੀਅਤ ਇਹ ਰਹੀ ਕਿ ਬਿਜਲ ਸੱਥ ਦੀ ਜਿਹੜੀ ਪਹੁੰਚ ਹੈ, ਰਸਾਈ ਹੈ, ਉਹਦੀ ਜਿਹੜੀ ਸਮਰੱਥਾ ਆ, ਉਹਨੂੰ ਬੜੇ ਹੁਨਰਮੰਦੀ ਤਰੀਕੇ ਦੇ ਨਾਲ ਉਹਦੀ ਵਰਤੋਂ ਜਿਹੜੀ ਹੈ ਉਹ ਕੀਤੀ ਗਈ। ਜਿੰਨੀ ਵੀ ਪੰਜਾਬ ਦੇ ਵਿੱਚ ਸਰਗਰਮੀ ਸ਼ੁਰੂ ਹੋਈ, ਉਹ ਸਰਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਕਿ ਪੰਜਾਬ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਰਾਹੀਂ, ਸਕਰੀਨ ਦੇ ਰਾਹੀਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਉਹਦੇ ਪਿੱਛੇ ਬਹੁਤ ਹੀ ਇੱਕ ਐਫੀਸ਼ੀਐਂਟ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਵਰਤੋਂ ਸੀਗੀ। ਪਰ ਜਦੋਂ 18 ਤਰੀਕ ਨੂੰ ਇਹ ਸਾਰਾ ਜ਼ਬਰ ਦਾ ਜਾਂ ਇੱਕ ਕਹਿ ਸਕਦੇ ਕਿ ਇੱਕ ਕ੍ਰੈਕਡਾਊਨ ਪੁਲਿਸ ਦੇ ਵੱਲੋਂ ਸ਼ੁਰੂ ਕੀਤਾ ਗਿਆ, ਤੇ ਆਪਾਂ ਦੇਖਦੇ ਕਿ ਉਹ ਜਿੰਨਾ ਵੀ ਤਾਣਾ ਬਾਣਾ ਸਾਰਾ ਬੁਣਿਆ ਹੋਇਆ ਸੀਗਾ ਉਹ ਤੁਹਾਨੂੰ ਕਿਧਰੇ ਵੀ ਨਜ਼ਰ ਨਹੀਂ ਆਇਆ। ਬਲਕਿ ਜੇਕਰ ਆਪਾਂ ਇਹਦੇ ਬਾਰੇ 'ਚ ਬਹੁਤੀ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਕਿ ਇਹ ਕਿਸ ਤਰ੍ਹਾਂ ਹੋਇਆ। ਮਤਲਬ ਜੇ ਮੈਂ ਆਪਣੀ ਗੱਲ ਕਰਨੀ ਹੋਵੇ ਤੇ ਮੇਰੇ ਮਨ ਦੇ ਵਿੱਚ ਇਹ ਗੱਲ ਅਜੇ ਵੀ ਇੱਕ ਬੁਝਾਰਤ ਹੈ ਕਿ ਇੰਨੇ ਹੁਨਰਮੰਦ ਤਰੀਕੇ ਦੇ ਨਾਲ ਜਿਹੜਾ ਇੱਕ ਤਾਣਾ ਬਾਣਾ ਬੁਣਿਆ ਗਿਆ ਸੀਗਾ ਔਰ ਜਿਹੜਾ ਬੜੇ ਸੁਚਾਰੂ ਰੂਪ ਦੇ ਵਿੱਚ ਚੱਲ ਰਿਹਾ ਸੀਗਾ, ਉਹ ਬਿਲਕੁਲ ਇਹ ਗੱਲ ਕਿਵੇਂ ਵਾਪਰ ਗਈ ਕਿ ਜਿੱਦਾਂ ਇੱਕ ਚੱਲ ਰਹੇ ਕੰਪਿਊਟਰ ਦੀ ਪਿੱਛੋਂ ਕਿਸੇ ਨੇ ਬਿਜਲੀ ਵਾਲੀ ਤਾਰ ਜਿਹੜੀ ਹੈ ਉਹ ਖਿੱਚ ਦਿੱਤੀ ਹੁੰਦੀ ਹੈ। ਜਿਹੜੇ ਚੈਨਲ ਹੋਣ ਦੇ ਵਿੱਚ ਆਏ ਸੀ, ਸਫੇ ਹੋਣ ਦੇ ਵਿੱਚ ਆਏ ਸੀ, ਉਹ ਕਿਧਰੇ ਵੀ ਨਜ਼ਰ ਨਹੀਂ ਆਏ। ਫਿਰ ਆਪਾਂ ਦੇਖੀਏ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਸਰਗਰਮ ਹਿੱਸੇ ਜਿਹੜੇ ਇੱਕ ਖਾਸ ਤਰ੍ਹਾਂ ਦੀ ਬਿਰਤਾਂਤ ਸਾਜੀ ਕਰਦੇ ਸੀਗੇ, ਉਹ ਬਿਲਕੁਲ ਹੀ ਇਹ ਨਹੀਂ ਹੋਇਆ ਕਿ ਉਹ ਮਤਲਬ ਉਹ ਉਸ ਸਮੇਂ ਸਰਗਰਮ ਨਹੀਂ ਰਹੇ, ਉਹ ਬਿਲਕੁਲ ਗਾਇਬ ਜਿਹੜੇ ਆ ਉਹ ਆਪਾਂ ਨੂੰ ਨਜ਼ਰ ਆਏ। ਸੋ ਇਹ ਕਿਸ ਤਰ੍ਹਾਂ ਦੇ ਨਾਲ ਵਾਪਰਿਆ, ਇਹ ਹੁਣ ਆਉਂਦੇ ਸਮੇਂ ਦੇ ਵਿੱਚ ਜਦੋਂ ਜਾਣਕਾਰੀ ਸਾਹਮਣੇ ਆਊਗੀ ਜਾਂ ਕਿਸੇ ਸਮੇਂ
ਉਸ ਹਿੱਸੇ ਦੇ ਵੱਲੋਂ ਪੜਚੋਲ ਕਰਕੇ ਸਾਹਮਣੇ ਰੱਖੀ ਜਾਊਗੀ ਤਾਂ ਉਦੋਂ ਇਹ ਗੱਲ ਵਧੇਰੇ ਸਾਹਮਣੇ ਆਊਗੀ। ਪਰ ਇੰਨੀ ਗੱਲ ਜ਼ਰੂਰ ਹੈ ਕਿ ਇਹ ਇੱਕ ਬੜਾ ਵੱਡਾ ਤਾਣਾ ਬਾਣਾ ਸੀਗਾ, ਇੱਕ ਨੈਟਵਰਕ ਸੀਗਾ ਜਿਹੜਾ ਕਿ ਇੱਕ ਪੈਰਲਰ ਬਿਰਤਾਂਤ ਦੇਣ ਦੇ ਸਮਰੱਥ ਸੀ, ਔਰ ਜਿਹੜਾ ਪਹਿਲਾਂ ਬੜੀ ਹੁਨਰਮੰਦੀ ਦੇ ਨਾਲ ਇੱਕ ਪੈਰਲਰ ਬਿਰਤਾਂਤ ਜਿਹੜਾ ਆ ਉਹ ਦੇ ਰਿਹਾ ਸੀ। ਪਰ ਇਹ ਬਿਲਕੁਲ ਹੀ ਸਿਰਫ ਨਿਸ਼ਕ੍ਰਿय ਨਹੀਂ ਹੋਇਆ, ਗਾਇਬ ਹੀ ਰਿਹਾ। ਸੋ ਅਗਲੀ ਗੱਲ ਜਿਹੜੀ ਆ ਉਹ ਇਸ ਗੱਲ ਦੇ ਉੱਪਰ ਆਉਂਦੀ ਹੈ ਕਿ ਰੋਕਾਂ ਜਿਹੜੀਆਂ ਰੋਕਾਂ ਲਗਾਈਆਂ ਗਈਆਂ, ਸੋ ਉਹਦੇ ਸੰਬੰਧ ਦੇ ਵਿੱਚ ਇੱਕ ਤਾਂ ਸਿੱਖ ਖਾਤਿਆਂ ਤੇ ਸਫ਼ਿਆਂ ਦੇ ਉੱਪਰ ਰੋਕਾਂ ਲਾਈਆਂ ਗਈਆਂ, 6 ਨੁਕਤੇ ਨੇ ਇਹਦੇ ਵਿੱਚ। ਦੂਸਰਾ ਹੈਗਾ ਜੀ ਖਬਰ ਅਦਾਰਿਆਂ ਦੇ ਸਫ਼ਿਆਂ ਤੇ ਉਹਨਾਂ ਦੇ ਮੰਚਾਂ ਦੇ ਉੱਪਰ ਰੋਕਾਂ ਲਗਾਈਆਂ ਗਈਆਂ। ਤੀਸਰੀ ਗੱਲ ਹੈ ਕਿ ਜਿਨ੍ਹਾਂ ਖਾਤਿਆਂ ਦੇ ਉੱਪਰ ਰੋਕਾਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਚਲਾਉਣ ਵਾਲਿਆਂ ਨੂੰ ਥਾਣੇ 'ਚ ਬੁਲਾਉਣਾ ਜਾਂ ਲੈ ਕੇ ਜਾਣਾ, ਉਹਨਾਂ ਦੇ ਫੋਨ ਜ਼ਬਤ ਕਰਨੇ, ਉਹਨਾਂ ਤੋਂ ਪੁੱਛ ਪੜਤਾਲ ਕਰਨੀ, ਉਹਨਾਂ ਤੋਂ ਸਵੈ ਜਾਮਨੀ ਲੈ ਕੇ ਉਹਨਾਂ ਨੂੰ ਛੱਡਣਾ, ਜਾਂ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ 751 ਕਰਕੇ ਅੰਦਰ ਕੀਤਾ ਗਿਆ। ਸੋ ਅਗਲਾ ਚੌਥਾ ਨੁਕਤਾ ਇਹ ਰਿਹਾ ਕਿ ਪੱਤਰਕਾਰਾਂ ਦੇ ਖਾਤਿਆਂ ਤੇ ਸਫ਼ਿਆਂ ਦੇ ਉੱਪਰ ਰੋਕਾਂ ਲੱਗਣੀਆਂ, ਉਹਨਾਂ ਦੇ ਘਰਾਂ ਦੇ ਉੱਪਰ ਛਾਪੇ ਮਾਰਨੇ, ਉਹਨਾਂ ਦੇ ਫੋਨ ਜ਼ਬਤ ਕਰਨੇ, ਪੁੱਛ ਪੜਤਾਲ ਕਰਨੀ, ਪੱਤਰਕਾਰਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਤੇ ਕੇਸ ਦਰਜ ਕਰਨੇ। ਵਿਜੀਲੈਂਸ ਹੱਥ ਦੇ ਆਮ ਵਰਤੋਂਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਰੋਕਾਂ ਲਾਉਣੀਆਂ, ਉਹਨਾਂ ਨੂੰ ਥਾਣੇ ਲਿਜਾਣਾ, ਫੋਨ ਜ਼ਬਤ ਕਰਨੇ, ਪੁੱਛ ਪੜਤਾਲ ਕਰਨੀ ਤੇ ਉਹਨਾਂ ਦੇ ਕੋਲੋਂ ਸਵੈ ਜਾਮਨੀ ਲੈ ਕੇ ਕਿ ਤੁਸੀਂ ਇਹ ਅੰਡਰਟੇਕਿੰਗ ਦਿਓ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਪੋਸਟ ਜਿਹੜੀ ਆ ਉਹ ਨਹੀਂ ਪਾਵਾਂਗੇ, ਇਹ ਕਹਿ ਕੇ ਉਹਨਾਂ ਨੂੰ ਛੱਡਣਾ। ਹੁਣ ਆਪਾਂ ਇਹਦੀ ਥੋੜ੍ਹੀ ਜਿਹੀ ਮਿਸਾਲ, ਇਹ ਸਿਰਫ ਮੈਂ ਜਿੱਦਾਂ ਕਹਿੰਦੇ ਹੁੰਦੇ ਟਿਪ ਆਫ ਦਾ ਆਈਸਬਰਗ, ਕਿ ਇੱਕ ਵੱਡੇ ਵਰਤਾਰੇ ਦਾ ਸਿਰਫ ਉਹਨੂੰ ਇੱਕ ਦਰਸਾਉਂਦੀ ਹੋਈ ਸ਼ੈ ਜਿਹੜੀ ਹੈ, ਇੱਕ ਨਮੂਨੇ ਵਜੋਂ ਕੁਝ ਇੱਕ ਉਦਾਹਰਨਾਂ ਜਿਹੜੀਆਂ ਉਹ ਪੇਸ਼ ਕਰਨੀਆਂ ਚਾਹੁੰਦਾ। ਜਿਹੜੀ ਖਬਰ ਅਦਾਰਿਆਂ ਦੇ ਉੱਪਰ ਰੋਕ ਲੱਗੀ, ਦੇਖੋ ਸਿੱਖ ਖਬਰ ਅਦਾਰਿਆਂ ਦੇ ਉੱਪਰ ਰੋਕਾਂ ਲੱਗਣ ਦਾ ਕੰਮ ਨਵਾਂ ਨਹੀਂ ਹੈਗਾ। ਜੇ ਅਸੀਂ ਆਪਣੇ ਅਦਾਰੇ ਦੀ ਗੱਲ ਕਰੀਏ ਤੇ ਬਰਗਾੜੀ ਤੇ ਬਹਿਬਲ ਕਲਾਂ ਘਟਨਾਕ੍ਰਮ ਵਾਪਰਨ ਤੋਂ ਬਾਅਦ 27 ਅਕਤੂਬਰ 2015 ਨੂੰ ਮੈਨੂੰ ਇੱਕ ਨੋਟਿਸ ਜਿਹੜਾ ਆ ਉਹ ਹਾਸਲ ਹੋਇਆ ਸੀਗਾ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੇ ਤਹਿਤ ਈ ਸਿਕਿਉਰਿਟੀ ਐਂਡ ਸਾਈਬਰ ਲਾਅ ਗਰੁੱਪ ਦੇ ਵੱਲੋਂ, ਔਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਤੁਹਾਡੀ ਜਿਹੜੀ ਅੰਗਰੇਜ਼ੀ ਦੇ ਵਿੱਚ ਖਬਰਾਂ ਦੀ ਵੈਬਸਾਈਟ ਹੈ sikhsiyasat.net, ਇਹਦੇ ਉੱਪਰ ਇਤਰਾਜ਼ਯੋਗ ਸਮੱਗਰੀ ਹੈ ਤੇ ਇਹਦੀ ਪੜਚੋਲ ਦੇ ਵਾਸਤੇ 29 ਅਕਤੂਬਰ 2015 ਨੂੰ ਇਲੈਕਟ੍ਰੋਨਿਕਸ ਨਿਕੇਤਨ ਦੇ ਵਿੱਚ ਇੱਕ ਮੀਟਿੰਗ ਆ, ਤੁਸੀਂ ਚਾਹੋ ਤਾਂ ਆਪਣਾ ਪੱਖ ਆ ਕੇ ਰੱਖ ਸਕਦੇ ਹੋ। ਉਸ ਸਮੇਂ ਮੈਂ ਉੱਥੇ ਗਿਆ, ਉਸ ਟੀਮ ਦੇ ਸਾਹਮਣੇ ਜਾ ਕੇ ਆਪਣਾ ਪੱਖ ਰੱਖਿਆ, ਔਰ ਉਹਦੇ ਵਿੱਚੋਂ ਵੀ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ ਸੀ, ਪਰ ਆਪਾਂ ਸਮੇਂ ਦੀ ਕਮੀ ਕਾਰਨ ਉਹ ਗੱਲਾਂ ਜਿਹੜੀਆਂ ਫਿਰ ਕਿਤੇ ਵਿਚਾਰ ਲਵਾਂਗੇ। ਸੋ ਉਸ ਤੋਂ ਬਾਅਦ ਦੇ ਵਿੱਚ ਸਾਲ 2020 ਦੇ ਵਿੱਚ 6 ਜੂਨ ਨੂੰ 6 ਖਬਰ ਅਦਾਰੇ ਜਿਹੜੇ ਪ੍ਰਮੁੱਖ ਸੀਗੇ ਸਿੱਖਾਂ ਦੇ, ਜਿਨ੍ਹਾਂ ਵਿੱਚੋਂ ਸਿੱਖ ਸਿਆਸਤ ਇੱਕ ਸੀ, ਉਹਦੇ ਉੱਪਰ ਰੋਕ ਲੱਗੀ। ਔਰ ਜੇ ਅਸੀਂ ਆਪਣੇ ਮੰਚ ਦੀ ਹੀ ਗੱਲ ਕਰੀਏ ਤਾਂ ਜੂਨ 2020, ਜੁਲਾਈ 2020, ਸਤੰਬਰ 2020, ਜੁਲਾਈ 2021, ਸੋ ਇਹ ਲਗਾਤਾਰ ਇਹਨਾਂ ਸਾਰੇ ਸਮਿਆਂ ਦੇ ਦੌਰਾਨ ਇੱਕ ਇੱਕ ਕਰਕੇ ਸਾਡੇ ਜਿਹੜੇ ਮੰਚ ਆ ਉਹਨਾਂ ਦੇ ਉੱਪਰ ਰੋਕ ਲੱਗਦੀ ਜਾ ਰਹੀ ਸੀ। ਪਰ ਇਸ ਵਾਰ ਵੀ ਮੇਰੇ ਆਪਣੇ ਟਵਿੱਟਰ ਹੈਂਡਲ ਜਿਹੜਾ ਆ ਉਹਨੂੰ ਬਲੌਕ ਕੀਤਾ ਗਿਆ ਇੰਡੀਆ ਦੇ ਵਿੱਚ। ਸਾਡਾ ਸਿੱਖ ਸਿਆਸਤ ਦਾ ਟਵਿੱਟਰ ਹੈਂਡਲ ਚੱਲ ਰਿਹਾ ਸੀਗਾ, ਉਹਨੂੰ ਵੀ ਬੰਦ ਕਰ ਦਿੱਤਾ ਗਿਆ। ਪਰ ਉਸ ਤੋਂ ਇਲਾਵਾ ਇੱਕ ਜਿਹੜੀ ਵੱਡੀ ਗੱਲ ਵਾਪਰੀ ਉਹ ਇਹ ਵਾਪਰੀ ਕਿ ਜਿਹਨੂੰ ਆਪਾਂ ਮੇਨ ਸਟ੍ਰੀਮ ਪੰਜਾਬੀ ਵੈਬ ਮੀਡੀਆ ਕਹਿ ਸਕਦੇ ਹਾਂ, ਉਹਨਾਂ ਦੇ ਉੱਪਰ ਰੋਕਾਂ ਲੱਗੀਆਂ ਨੇ, ਜਿਨ੍ਹਾਂ ਦੇ ਵਿੱਚੋਂ ਪੰਜਾਬੀ ਲੋਕ ਚੈਨਲ, ਸਮਰੱਥ ਆਵਾਜ਼, ਦਾ ਅਨਮਿਊਟ, ਗੁਰਬਾਣੀ ਅਖੰਡ ਬਾਣੀ, ਔਰ ਇਸ ਤਰ੍ਹਾਂ ਦੇ ਚੈਨਲ ਜਿਹੜੇ ਪਿਛਲੇ ਸਾਲਾਂ ਦੇ ਦੌਰਾਨ ਬੜੇ ਵੱਡੇ ਪੱਧਰ ਦੇ ਉੱਪਰ, ਜਿਨ੍ਹਾਂ ਦੀ ਮਤਲਬ 10-10 ਲੱਖ ਤੱਕ ਸਬਸਕ੍ਰਿਪਸ਼ਨ ਹੈ, ਜਿਹੜੇ ਲੋਕ ਉਹਨਾਂ ਨੂੰ ਦੇਖਣ ਵਾਲੇ ਨੇ ਉਹਨਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਆ, ਉਹਨਾਂ ਨੂੰ ਬਿਲਕੁਲ ਮੁਕੰਮਲ ਰੋਕਾਂ ਉਹਨਾਂ ਦੇ ਉੱਪਰ ਜਿਹੜੀਆਂ ਆ ਉਹ ਲਾਈਆਂ ਗਈਆਂ। ਇਸ ਤੋਂ ਇਲਾਵਾ ਜਿਨ੍ਹਾਂ ਦੇ ਖਾਤਿਆਂ ਦੇ ਉੱਪਰ ਰੋਕ ਲੱਗੀ ਹੈ ਉਹਨਾਂ ਨੂੰ ਬਾਅਦ ਦੇ ਵਿੱਚ ਥਾਣਿਆਂ ਦੇ ਵਿੱਚ ਬੁਲਾਇਆ ਗਿਆ ਹੋਵੇ, ਉਹਦੇ ਵਿੱਚ ਜੁਝਾਰ ਸਿੰਘ ਨੇ, ਸੱਤ ਜਥੇਬੰਦੀ ਦੇ ਨਾਲ ਸੰਬੰਧਿਤ ਨੇ, ਜਰਨਲਿਜ਼ਮ ਦੇ ਵਿਦਿਆਰਥੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇੱਕ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੁਲਿਸ ਦੇ ਵੱਲੋਂ 2 ਵਾਰ, ਇੱਕ ਵਾਰ ਥਾਣੇ ਦੇ ਵਿੱਚ, ਇੱਕ ਵਾਰ SSP ਦਫ਼ਤਰ ਦੇ ਵਿੱਚ ਬੁਲਾਇਆ ਗਿਆ, ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਗੱਲ ਸਾਨੂੰ ਤਸਦੀਕ ਕਰਕੇ ਦਿਓ ਕਿ ਤੁਸੀਂ ਕੋਈ ਵੀ ਇਸ ਸੰਬੰਧ ਦੇ ਵਿੱਚ ਪੋਸਟ ਜਿਹੜੀ ਆ ਉਹ ਨਹੀਂ ਪਾਓਗੇ। ਜਸਪਾਲ ਸਿੰਘ ਮੰਚਪੁਰ ਜਿਹੜੇ ਕਿ ਵਕੀਲ ਨੇ, ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨੂੰ ਗ੍ਰਿਫਤਾਰੀ ਹੋਈ ਨੂੰ ਜਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਏ ਨੂੰ 24 ਘੰਟੇ ਤੋਂ ਉੱਪਰ ਹੋ ਗਏ, ਤੁਸੀਂ ਹਾਈ ਕੋਰਟ ਤੱਕ ਕਿਸ ਤਰ੍ਹਾਂ ਪਹੁੰਚ ਕਰ ਸਕਦੇ ਹੋ। ਔਰ ਜਿਹੜੀਆਂ ਹਾਈ ਕੋਰਟ ਦੀਆਂ ਇੱਕ ਸੰਵਿਧਾਨਕ ਤਾਕਤਾਂ ਨੇ ਧਾਰਾ 226 ਦੇ ਤਹਿਤ,
ਉਹਦੀ ਤੁਸੀਂ ਕਿਸ ਤਰੀਕੇ ਦੇ ਨਾਲ ਵਰਤੋਂ ਜਿਹੜੀ ਆ ਉਹ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ। ਉਹ ਵੀਡੀਓ ਹਟਵਾਈ ਗਈ, ਉਹਨਾਂ ਦਾ ਖਾਤਾ ਜਿਹੜਾ ਆ ਫੇਸਬੁੱਕ ਤੇ ਟਵਿੱਟਰ ਦਾ ਉਹ ਪੰਜਾਬ ਦੇ ਵਿੱਚ ਬੰਦ ਕੀਤਾ ਗਿਆ ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਘਰ ਆ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਲੈ ਗਈ। ਚਲੋ ਵਕੀਲ ਭਾਈਚਾਰੇ ਤੇ ਪੱਤਰਕਾਰ ਭਾਈਚਾਰੇ ਨੇ ਸਰਗਰਮੀ ਦਿਖਾਈ ਤਾਂ ਕੋਈ ਕਾਰਵਾਈ ਉਹਨਾਂ ਦੇ ਵਿਰੁੱਧ ਨਹੀਂ ਹੋਈ। ਮੇਰੇ ਆਪਣੇ ਘਰੇ 3 ਅਪ੍ਰੈਲ ਨੂੰ ਸਵੇਰੇ 4:15 ਵਜੇ 2 DSP SHO ਲਗਭਗ 12 ਪੁਲਿਸ ਵਾਲੇ ਜਿਹੜੇ ਆ ਉਹਨਾਂ ਨੇ ਜਾ ਕੇ ਬਕਾਇਦਾ ਘੇਰਾਬੰਦੀ ਕੀਤੀ। ਹਾਲਾਂਕਿ ਉਹਨਾਂ ਨੂੰ ਪਤਾ ਸੀਗਾ, ਇੱਕ ਦਿਨ ਪਹਿਲਾਂ ਜਦੋਂ ਪਿੰਡੋਂ ਪਤਾ ਕਰ ਰਹੇ ਸੀ ਤੇ ਮੈਂ ਦੱਸ ਦਿੱਤਾ ਸੀਗਾ, ਪੰਚਾਇਤ ਮੈਂਬਰ ਜਿਹੜਾ ਮੈਨੂੰ ਕਹਿ ਰਿਹਾ ਸੀ, ਮੈਂ ਵੀ ਭਾਈ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਮੈਂ ਘਰ ਨਹੀਂ ਹੈਗਾ, ਵੀ ਜੇ ਉਹਨਾਂ ਨੂੰ ਕੋਈ ਗੱਲ ਹੈਗੀ ਤਾਂ ਮੇਰੇ ਨਾਲ ਫੋਨ ਦੇ ਉੱਪਰ ਗੱਲ ਕਰ ਲੈਣ। ਪਰ ਉਹਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਉਹ ਘਰ ਗਏ ਔਰ ਉਹਨਾਂ ਨੇ ਇਸ ਤਰ੍ਹਾਂ ਦੀ ਸਾਰੀ ਕਾਰਵਾਈ ਜਿਹੜੀ ਹੈ ਉਹ ਕੀਤੀ। ਔਰ ਕਮਾਲ ਦੀ ਗੱਲ ਇੱਕ ਇਹ ਰਹੀ ਕਿ ਜਦੋਂ ਘਰ ਵਾਲਿਆਂ ਨੇ ਕਿਹਾ ਵੀ ਅਸੀਂ ਫੋਨ ਮਿਲਾ ਦਿੰਦੇ, ਤੁਸੀਂ ਉਹਨਾਂ ਦੇ ਨਾਲ ਫੋਨ ਤੇ ਗੱਲ ਕਰ ਲਓ, ਜੋ ਜਾਣਕਾਰੀ ਚਾਹੀਦੀ ਉਹ ਦੇ ਦੇਣਗੇ, ਤਾਂ ਅੱਗੋਂ ਇਹ ਗੱਲ ਕਹੀ ਗਈ ਕਿ ਨਹੀਂ ਤੁਸੀਂ ਹੀ ਦੱਸੋ, ਸਾਡੇ ਸਵਾਲਾਂ ਦੇ ਜਵਾਬ ਦਿਓ, ਉਹਦੇ ਨਾਲ ਅਸੀਂ ਫੋਨ ਤੇ ਗੱਲ ਜਿਹੜੀ ਹੈ ਉਹ ਨਹੀਂ ਕਰਨੀ। ਔਰ ਪੁਲਿਸ ਘਰਦਿਆਂ ਦੇ ਉੱਪਰ ਇਸ ਗੱਲ ਦਾ ਦਬਾਅ ਪਾ ਰਹੀ ਸੀ ਕਿ ਉਹਨੂੰ ਕਹੋ ਕਿ ਆ ਕੇ ਪੇਸ਼ ਹੋਵੇ। ਜਦੋਂ ਭਰਾ ਨੇ ਮੈਨੂੰ ਫੋਨ ਕੀਤਾ, ਮੈਂ ਉਹਨੂੰ ਕਿਹਾ ਵੀ ਤੂੰ ਗੱਲ ਕਰਵਾ, ਜਿਹੜਾ DSP ਹੈ ਮੌਕੇ ਤੇ, ਉਹਨੇ ਗੱਲ ਕਰਵਾਈ। ਉਹਨੇ ਮੈਨੂੰ ਨਹੀਂ ਕਿਹਾ ਕਿ ਤੁਸੀਂ ਆ ਕੇ ਸਾਨੂੰ ਮਿਲ ਕੇ ਜਾਓ, ਪਰ ਉਹ ਘਰਦਿਆਂ ਨੂੰ ਇਹ ਗੱਲ ਕਹਿ ਰਿਹਾ ਸੀਗਾ। ਇਹਦੇ ਤੋਂ ਪਤਾ ਲੱਗਦਾ ਕਿ ਅਸਲ ਮਨੋਰਥ ਜਿਹੜਾ ਆ ਉਹ ਇੱਕ ਦਬਾਅ ਬਣਾਉਣਾ, ਇੱਕ ਫੀਅਰ ਸਾਈਕੋਸਿਸ ਖੜਾ ਕਰਨਾ ਜਾਂ ਇੱਕ ਮਨੋਵਿਗਿਆਨਕ ਹਮਲੇ ਦੇ ਤੌਰ ਦੇ ਉੱਪਰ ਹੀ ਇਹਨੂੰ ਵਿਉਂਤਿਆ ਗਿਆ ਸੀਗਾ। ਜਿਹੜੇ ਪੱਤਰਕਾਰਾਂ ਦੇ ਸਫ਼ਿਆਂ ਦੇ ਉੱਪਰ ਰੋਕ ਲੱਗੀ ਉਹਨਾਂ ਦੇ ਵਿੱਚ ਗਗਨਦੀਪ ਸਿੰਘ, ਸਿਮਰਨਜੀਤ ਸਿੰਘ ਕੋਟਕਪੂਰਾ, ਕਮਲਦੀਪ ਸਿੰਘ ਬਰਾੜ ਜਿਹੜੇ ਕਿ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੇ, ਤੇ ਸੰਦੀਪ ਸਿੰਘ ਜਿਨ੍ਹਾਂ ਨੂੰ ਆਪਾਂ ਟਵਿੱਟਰ ਦੇ ਉੱਪਰ ਸਰਗਰਮੀ ਕਰਨ ਕਰਕੇ ਜਾਣਦੇ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ। ਔਰ ਜਿਹੜੀਆਂ ਸਿੱਖ ਹਸਤੀਆਂ ਦੇ ਖਾਤਿਆਂ ਦੇ ਉੱਪਰ ਰੋਕ ਲੱਗੀ ਹੈ, ਤੁਸੀਂ ਦੇਖੋ ਕਿ 19 ਮਾਰਚ ਨੂੰ ਲਿਊਮਨ ਡਾਟਾਬੇਸ ਤੋਂ ਇੱਕ ਸਾਨੂੰ ਦਸਤਾਵੇਜ਼ ਹਾਸਲ ਹੋਇਆ। 19 ਮਾਰਚ ਨੂੰ ਸਰਕਾਰ ਨੇ ਜਿਹੜੇ ਟਵਿੱਟਰ ਖਾਤੇ ਰੋਕਣ ਦੇ ਵਾਸਤੇ ਟਵਿੱਟਰ ਨੂੰ ਆਪਣਾ ਹੁਕਮ ਭੇਜਿਆ, ਉਹਦੇ ਵਿੱਚ ਸਿੱਖਾਂ ਦੇ 119 ਖਾਤੇ ਸੀਗੇ, 122 ਖਾਤੇ। 19 ਮਾਰਚ ਨੂੰ ਉਹ ਹੁਕਮ ਭੇਜਿਆ ਗਿਆ, ਉਹਦੇ ਵਿੱਚ 122 ਖਾਤਿਆਂ ਦੀ ਫਹਿਰਿਸਤ ਸੀਗੀ। ਔਰ ਉਹਦੇ ਵਿੱਚ ਕਿਹਨਾਂ ਦੇ ਖਾਤੇ ਸੀਗੇ? ਕੈਨੇਡਾ ਦੇ ਵਿੱਚ ਲੀਡਰ ਆਫ ਦੀ ਓਪੋਜੀਸ਼ਨ NDP ਦੇ ਪ੍ਰਧਾਨ ਜਗਮੀਤ ਸਿੰਘ, ਗੁਰਰਤਨ ਸਿੰਘ ਧਾਲੀਵਾਲ ਜਿਹੜੇ ਕਿ ਕੈਨੇਡਾ ਦੇ ਵਿੱਚ ਇੱਕ ਚੁਣੇ ਹੋਏ ਵਿਧਾਇਕ ਨੇ, ਇੱਕ ਸਿੱਖ ਸਿਆਸਤਦਾਨ ਨੇ। ਕੈਨੇਡਾ ਤੋਂ ਚੱਲਦੇ ਹਫ਼ਤਾਵਾਰੀ ਅਖਬਾਰ ਚੜ੍ਹਦੀ ਕਲਾ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ, ਜਿਹੜਾ ਟਰੈਕਟਰ ਟੂ ਟਵਿੱਟਰ ਮੁਹਿੰਮ ਇੱਕ ਚੱਲੀ ਸੀਗੀ ਖੇਤੀ ਕਿਸਾਨੀ ਸੰਘਰਸ਼ ਦੇ ਦੌਰਾਨ, ਉਹਦੇ ਸੰਚਾਲਕ ਭਵਜੀਤ ਸਿੰਘ, ਕਿਸਾਨੀ ਸੰਘਰਸ਼ ਦੇ ਦੌਰਾਨ ਹੀ ਨਿਰਪੱਖ ਪੱਤਰਕਾਰੀ ਜਾਂ ਆਜ਼ਾਦ ਤੌਰ ਦੇ ਉੱਪਰ ਪੱਤਰਕਾਰੀ ਕਰਨ ਵਾਲੇ ਸੰਦੀਪ ਸਿੰਘ ਪਾਨੀਆਬ ਦਾ ਖਾਤਾ ਜਿਹੜਾ ਆ ਉਹ ਉਹਦੇ ਵਿੱਚ ਸ਼ਾਮਲ ਸੀਗਾ। ਹੋਰ ਬਹੁਤ ਸਾਰੇ ਖਾਤੇ ਉਹਦੇ ਵਿੱਚ ਸ਼ਾਮਲ ਸੀਗੇ। ਔਰ ਇਹ ਗੱਲ ਵੀ ਧਿਆਨ ਦੇ ਵਿੱਚ ਰੱਖੀ ਜਾਵੇ ਕਿ ਇਹ ਸਿਰਫ ਦਸਤਾਵੇਜ਼ ਜਿਹੜਾ ਆ ਉਹਦੇ ਤੋਂ ਇੱਕ ਦਿਨ ਤੇ ਇੱਕ ਮੰਚ ਦੇ ਉੱਪਰ ਜਿਹੜੀਆਂ ਰੋਕਾਂ ਲਗਵਾਈਆਂ ਗਈਆਂ, ਸਿਰਫ ਉਹਨਾਂ ਦੀ ਗਿਣਤੀ 122 ਹੈ, ਜਦ ਕਿ ਰੋਕਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਚੱਲਦੀਆਂ ਰਹੀਆਂ। ਔਰ ਦੂਸਰੇ ਮੰਚਾਂ ਜਿਵੇਂ ਕਿ ਫੇਸਬੁੱਕ, YouTube, ਇੰਸਟਾਗ੍ਰਾਮ, ਉਹਨਾਂ ਦੇ ਉੱਪਰ ਵੀ ਰੋਕਾਂ ਜਿਹੜੀਆਂ ਨੇ ਉਹ ਲੱਗੀਆਂ ਨੇ। ਸੋ ਜਿਨ੍ਹਾਂ ਪੱਤਰਕਾਰਾਂ ਦੇ ਘਰਾਂ ਦੇ ਉੱਪਰ ਛਾਪੇ ਮਾਰੇ ਗਏ, ਉਹਨਾਂ ਦੇ ਵਿੱਚ ਬੀਬੀ ਹਰਸ਼ਰਨ ਕੌਰ, ਜਗਜੀਤ ਸਿੰਘ ਪੰਚੌਲੀ, ਰਤਨਦੀਪ ਸਿੰਘ ਜਿਹੜੇ ਕਿ ਟਾਕ ਵਿਦ ਰਤਨ ਦੇ CEO ਨੇ, ਜਸਵੀਰ ਸਿੰਘ ਮੁਕਤਸਰ। ਗ੍ਰਿਫਤਾਰੀਆਂ ਵੀ ਪੱਤਰਕਾਰਾਂ ਦੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਹਰਪਾਲ ਸਿੰਘ ਮਖੂ ਜਿਹੜਾ ਹਰੀਕੇ ਮੋਰਚਾ ਚੱਲ ਰਿਹਾ ਸੀਗਾ, ਉੱਥੋਂ ਉਹ ਕਵਰੇਜ ਕਰ ਰਹੇ ਸੀ, ਤਾਂ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਉੱਪਰ 307 ਦਾ ਪਰਚਾ ਪਾਇਆ ਗਿਆ। ਇੱਕ ਇਹ ਕਾਫੀ ਸਾਰੀ ਜਾਣਕਾਰੀ ਉਹ ਹੈ ਜਿਹੜੀ ਪੱਤਰਕਾਰਾਂ ਜਾਂ ਵਕੀਲਾਂ ਦੇ ਖਿਲਾਫ ਹੋਈ ਤੇ ਜਿਨ੍ਹਾਂ ਨੇ ਦੱਸ ਦਿੱਤਾ। ਬੜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਦੇ ਨਾਂ ਸ਼ੁਮਾਰ ਨੇ। ਜਿਸ ਤਰ੍ਹਾਂ ਜਦੋਂ ਸਾਡੇ ਘਰ ਪੁਲਿਸ ਗਈ ਤਾਂ ਮੈਂ ਉਹਦੀ ਜਾਣਕਾਰੀ ਨਸ਼ਰ ਕੀਤੀ ਤਾਂ ਮੈਨੂੰ ਕੁਲਦੀਪ ਸਿੰਘ ਝੰਡਾ ਕਲਾਂ, ਅਮਰਦੀਪ ਸਿੰਘ ਲੁਧਿਆਣਾ ਨੇ ਮੈਸੇਜ ਕਰਕੇ ਕਿਹਾ, ਉਹ ਕਹਿੰਦੇ ਜੀ ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਵਾਪਰਿਆ ਵੀ 5:15 ਵਜੇ ਪੁਲਿਸ ਆਈ, ਆ ਕੇ ਉਹ ਲੈ ਗਏ ਤੇ ਸਾਰੀ ਦਿਹਾੜੀ ਬਿਠਾਈ ਰੱਖਿਆ, ਫੋਨ ਲੈ ਲਿਆ, ਉਹਦਾ ਡਾਟਾ ਸਾਰਾ ਕਾਪੀ ਕਰ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਖੱਜਲ ਖੁਆਰ ਕਰਾ ਕੇ ਲਿਖਤੀ ਅੰਡਰਟੇਕਿੰਗ ਲੈ ਕੇ ਜਿਹੜਾ ਆ ਉਹ ਛੱਡਿਆ ਗਿਆ। ਹੋਰ ਵੀ ਪਿਛਲੇ ਸਮੇਂ ਦੇ ਦੌਰਾਨ ਕਾਫੀ ਸਾਰੇ ਜੀਆਂ ਨੂੰ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਫਲਾਨਿਆਂ ਦੇ ਮੁੰਡੇ ਦੇ ਨਾਲ ਇਸ ਤਰ੍ਹਾਂ ਹੋਇਆ, ਫਲਾਨਿਆਂ ਦੀ ਕੁੜੀ ਦੇ ਨਾਲ। ਔਰ ਇਹ ਬਿਲਕੁਲ ਆਮ ਲੋਕ ਨੇ, ਕੋਈ ਪੱਤਰਕਾਰ ਨਹੀਂ ਹਨ ਜਿਹੜੇ ਕਿ ਬਿਜਲ ਸੱਥ ਦੇ ਉੱਪਰ ਜਾਣਕਾਰੀ ਪਾ ਰਹੇ ਸੀਗੇ। ਔਰ ਉਹਨਾਂ ਨੂੰ ਜਾਣਕਾਰੀ ਪਾਉਣ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਸੱਦਿਆ ਗਿਆ ਔਰ ਇਸ ਤਰੀਕੇ ਦਾ ਸਾਰਾ ਹਮਲਾ ਜਿਹੜਾ ਆ ਉਹ ਕੀਤਾ ਗਿਆ। ਹੁਣ ਇਹ ਵਾਪਰਿਆ ਕਿਵੇਂ ਹੈ?
ਇਹ ਗੱਲ ਜਿਹੜੀ ਆ ਇਹ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਕ ਤਾਂ ਇਹ ਸਾਰੀ ਜਿੰਨੀ ਜਾਣਕਾਰੀ ਇਕੱਤਰ ਹੋਈ ਹੈ ਇਹ ਬਿਨਾਂ ਕਿਸੇ ਤੰਤਰ ਤੋਂ ਇੱਕਦਮ ਇਕੱਤਰ ਕਰਨੀ ਸੰਭਵ ਨਹੀਂ ਹੈਗੀ। ਬੇਸ਼ੱਕ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਹੀ ਪਿਆ ਹੋਇਆ ਹੈ, ਪਰ ਆਪਾਂ ਵੀ ਕਿਸੇ ਵੱਲੋਂ ਪਾਈ ਪੋਸਟ ਲੱਭਣੀ ਹੋਵੇ ਤੇ ਆਪਾਂ ਦੇਖਦੇ ਵੀ 10-15 ਮਿੰਟ ਦਾ ਸਮਾਂ ਜਿਹੜਾ ਆ ਉਹ ਆਸਾਨੀ ਦੇ ਨਾਲ ਲੱਗ ਜਾਂਦਾ ਹੈ ਤੇ ਤਾਂ ਜਾ ਕੇ ਗੱਲਬਾਤ ਜਿਹੜੀ ਕਿਸੇ ਵੱਲੋਂ ਪਾਈ ਹੋਈ ਹੈ ਉਹ ਲੱਭਦੀ ਹੈ। ਸੋ ਇੰਨੀ ਜਾਣਕਾਰੀ ਕਿਵੇਂ ਸਹੀ ਸਮੇਂ ਦੇ ਵਿੱਚ ਖੰਗਾਲੀ ਜਾ ਰਹੀ ਸੀਗੀ, ਉਹਦੀ ਸ਼ਨਾਖਤ ਕੀਤੀ ਜਾ ਰਹੀ ਸੀਗੀ, ਉਹਦੀਆਂ ਸੂਚੀਆਂ ਬਣ ਰਹੀਆਂ ਸੀਗੀਆਂ, ਸੈਂਟਰ ਦੀ ਵਜ਼ਾਰਤ ਦੇ ਕੋਲ ਉਹਦੇ ਡੋਜ਼ੀਅਰ ਬਣ ਰਹੇ ਸੀਗੇ, ਪੁਲਿਸ ਤੱਕ ਉਹ ਜਾਣਕਾਰੀ ਕਿਵੇਂ ਆ ਰਹੀ ਸੀ, ਪੁਲਿਸ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਰਿਹਾ ਸੀ ਕਿ ਫਲਾਣੇ ਪਿੰਡ ਵਿੱਚ ਬੈਠੇ ਵਿਅਕਤੀ ਨੇ ਆਹ ਪੋਸਟ ਪਾਈ ਹੈ ਔਰ ਉਹਨੂੰ ਇਸ ਕਰਕੇ ਆਪਾਂ ਉਹਨੂੰ ਬੁਲਾਉਣਾ ਆ। ਸੋ ਇਹਦੇ ਵਾਸਤੇ ਇੱਕ ਤਜਵੀਜ਼ ਆਈ ਸੀਗੀ ਸਾਲ 2018 ਦੇ ਵਿੱਚ, ਇਹ ਸੈਂਟਰਲ ਗਵਰਨਮੈਂਟ ਦੇ ਵੱਲੋਂ ਆਈ ਸੀਗੀ, ਸੋਮੀਕੈ ਤੰਤਰ, ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ। ਸੋ ਇਹ ਬਹੁਤ ਇੱਕ ਵਿਵਾਦਤ ਪ੍ਰਪੋਜ਼ਲ ਸੀਗਾ, ਜਿਸ ਪ੍ਰਪੋਜ਼ਲ ਨੂੰ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚਲੇ ਜਾਣ ਤੋਂ ਬਾਅਦ ਸਰਕਾਰ ਨੇ ਪ੍ਰਤੱਖ ਰੂਪ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਅਸੀਂ ਇਸ ਤਜਵੀਜ਼ ਨੂੰ ਵਾਪਸ ਲੈਂਦੇ ਹਾਂ। ਹੁਣ ਉਹਦੇ ਵਿੱਚ ਕੀ ਕੁਝ ਹੋਣਾ ਸੀਗਾ। ਪਹਿਲੀ ਗੱਲ ਤਾਂ ਇਹ ਹੋਣੀ ਸੀਗੀ ਕਿ ਸਾਰੀਆਂ ਵੈਬਸਾਈਟਾਂ, ਬਲੌਗਾਂ, ਵਿਜੀਲੈਂਸ ਹੱਥ ਦੇ ਉੱਪਰ ਪੈਣ ਵਾਲੀ ਜਿਹੜੀ ਜਾਣਕਾਰੀ ਹੈ ਉਹਦੇ ਆਧਾਰ ਦੇ ਉੱਪਰ ਵਰਤੋਂਕਾਰਾਂ ਦੀ 360 ਡਿਗਰੀ ਪ੍ਰੋਫਾਈਲਿੰਗ ਹੋਣੀ ਸੀ, ਕਿ ਸਰਬ ਪੱਖੀ ਇੱਕ ਖਾਕਾ ਤਿਆਰ ਕੀਤਾ ਜਾਊਗਾ ਕਿ ਜੇਕਰ ਪਰਮਜੀਤ ਸਿੰਘ ਜਾਂ ਹਰਮੀਤ ਸਿੰਘ ਫਤਿਹ ਕਿਹੜੇ ਪਲੇਟਫਾਰਮ ਦੇ ਉੱਪਰ ਐਕਟਿਵ ਹੈ, ਉਹ ਕਿਸ ਤਰ੍ਹਾਂ ਦੀ ਜਾਣਕਾਰੀ ਨੂੰ ਪਸੰਦ ਕਰਦਾ ਹੈ, ਕਿਸ ਤਰ੍ਹਾਂ ਦੀ ਜਾਣਕਾਰੀ ਅੱਗੇ ਸਾਂਝੀ ਕਰਦਾ ਹੈ, ਆਪਣੇ ਵੱਲੋਂ ਵਿਚਾਰ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਦਿੰਦਾ ਹੈ, ਇਹਦੀ ਸਰਬ ਪੱਖੀ ਜਾਣਕਾਰੀ ਇਕੱਠੀ ਕੀਤੀ ਜਾਊਗੀ। ਕਿਹੜੇ ਮੰਚਾਂ ਦੇ ਉੱਪਰ ਪੈਣ ਵਾਲੀ ਜਾਣਕਾਰੀ ਜਿਹੜੀ ਆ ਉਹ ਖੰਗਾਲੀ ਜਾਣੀ ਸੀ। ਫੇਸਬੁੱਕ, ਟਵਿੱਟਰ, ਯੂਟਿਊਬ, ਗੂਗਲ ਪਲੱਸ, ਇੰਸਟਾਗ੍ਰਾਮ, ਲਿੰਕਡਇਨ, ਫਲਿਕਰ, ਟੰਬਲਰ, ਪੈਂਟਰੈਸਟ, ਪਲੇ ਸਟੋਰ, ਈਮੇਲ, ਨਿਊਜ਼ ਵੈਬਸਾਈਟਾਂ, ਬਲੌਗ, ਫੋਰਮ ਅਤੇ ਕੰਪਲੇਂਟ ਵੈਬਸਾਈਟਾਂ, ਇਹਨਾਂ ਸਾਰਿਆਂ ਦੇ ਉੱਪਰ ਜਿਹੜੀ ਪੈਣ ਵਾਲੀ ਜਾਣਕਾਰੀ ਹੈ, ਇੱਥੋਂ ਤੱਕ ਕਿ ਇਹਦੇ ਵਿੱਚ ਈਮੇਲ ਕਿਹਾ। ਹੁਣ ਆਪਾਂ ਨੂੰ ਪਤਾ ਕਿ ਈਮੇਲ ਬਿਲਕੁਲ ਇੱਕ ਪਰਸਨਲ ਕਮਿਊਨੀਕੇਸ਼ਨ ਹੈ, ਉਹ ਕਦੀ ਵੀ ਜਨਤਕ ਡੋਮੇਨ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਹੁੰਦੀ, ਪਰ ਉਹ ਵੀ ਵਿੱਚ ਇਹਦੇ ਵਿੱਚ ਸ਼ਾਮਲ ਕੀਤੀ ਗਈ ਸੀ ਕਿ ਇਹਨਾਂ ਸਾਰਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਊਗੀ। ਇੱਕ ਦਿਨ ਦੇ ਵਿੱਚ 6 ਰਿਪੋਰਟਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ ਜਨਰੇਟ ਹੋਣਗੀਆਂ ਔਰ ਉਹਨਾਂ ਰਿਪੋਰਟਾਂ ਦੇ ਆਧਾਰ ਦੇ ਉੱਪਰ ਜਿਹੜਾ ਹੈਗਾ ਉਹ ਇਹ ਗੱਲ ਦੀ ਸ਼ਨਾਖਤ ਕੀਤੀ ਜਾਊਗੀ ਕਿ ਕਿਹੜੀ ਜਾਣਕਾਰੀ ਜਿਹੜੀ ਹੈ ਉਹ ਸਰਕਾਰ ਦੇ ਪੱਖ ਵਿੱਚ ਪੈ ਰਹੀ ਹੈ, ਕਿਹੜੀ ਜਾਣਕਾਰੀ ਸਰਕਾਰ ਦੇ ਵਿਰੋਧ ਦੇ ਵਿੱਚ ਪੈ ਰਹੀ ਹੈ, ਕਿਹੜੀ ਜਾਣਕਾਰੀ ਜਿਹੜੀ ਹੈ ਉਹ ਨਿਊਟਰਲ ਪੈ ਰਹੀ ਹੈ। ਤੇ ਇਹਦੇ ਵਾਸਤੇ ਇੱਕ ਜਿਹੜੀ ਗੱਲ ਹੈ ਕਿ ਅੰਤਲੇ ਸਿਰੇ ਤੱਕ ਨਿਗਾਹ ਰੱਖਣ ਦੀ ਸਹੂਲਤ ਜਿਹੜੀ ਆ ਸੀਮਲੈਸ ਵਿਜੀਲੈਂਸ ਦਾ ਉਹਦੇ ਵਿੱਚ ਇੱਕ ਲਿਖਿਆ ਗਿਆ ਸੀਗਾ ਕਿ ਸੀਮਲੈਸ ਵਿਜੀਲੈਂਸ ਹੋਊਗੀ ਇਸ ਸਿਸਟਮ ਦੇ ਰਾਹੀਂ। ਸਾਰੀ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਊਗੀ, ਉਹਦੇ ਤੋਂ ਇਹ ਦੇਖਿਆ ਜਾਊਗਾ ਕਿ ਕਿਸੇ ਵੀ ਚੱਲ ਰਹੇ ਘਟਨਾਕ੍ਰਮ ਦੇ ਬਾਰੇ ਦੇ ਵਿੱਚ, ਜਿਹੜੀ ਕੋਈ ਘਟਨਾਕ੍ਰਮ ਵਾਪਰ ਰਿਹਾ ਆ ਉਹਦੇ ਬਾਰੇ ਦੇ ਵਿੱਚ ਲੋਕਾਂ ਦਾ ਕੀ ਪ੍ਰਤੀਕਰਮ ਆ ਰਿਹਾ, ਇਹਦੇ ਤੇ ਫੌਰੀ ਬਾਜ਼ ਅੱਖ ਰੱਖੀ ਜਾਊਗੀ। ਜਿਹੜੀ ਅੰਗਰੇਜ਼ੀ ਦਾ ਸ਼ਬਦ ਉਹਦੇ 'ਚ ਲਿਖਿਆ ਹੋਇਆ ਹੈ ਰੀਅਲ ਟਾਈਮ ਇਨਸਾਈਟ ਮੈਟ੍ਰਿਕਸ ਡਾਟਾ। ਸੋ ਇਸ ਤਰ੍ਹਾਂ ਦਾ ਇੱਕ ਪ੍ਰਬੰਧ ਬਣਾਇਆ ਜਾਊਗਾ ਕਿ ਬਿਲਕੁਲ ਮੌਕੇ ਦੇ ਉੱਪਰ ਪਤਾ ਲੱਗ ਸਕੇ ਕਿ ਲੋਕ ਇਸ ਗੱਲ ਦੇ ਬਾਰੇ 'ਚ ਕਿਸ ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਆ। ਜਿਹੜੀਆਂ ਬੋਲੀਆਂ ਦੇ ਵਿੱਚ ਪੈਣ ਵਾਲੀ ਜਾਣਕਾਰੀ ਜਿਹੜੀ ਹੈ ਇਸ ਤੰਤਰ ਦੇ ਰਾਹੀਂ ਖੰਗਾਲੀ ਜਾਣੀ ਸੀ, ਅੰਗਰੇਜ਼ੀ, ਹਿੰਦੀ, ਉਰਦੂ, ਤੇਲਗੂ, ਮਲਿਆਲਮ, ਕੰਨੜ, ਬੰਗਾਲੀ, ਪੰਜਾਬੀ, ਤਾਮਿਲ, ਚੀਨੀ, ਜਰਮਨ, ਫਰਾਂਸੀਸੀ ਤੇ ਅਰਬੀ ਭਾਸ਼ਾਵਾਂ ਦੇ ਵਿੱਚ ਪੈਣ ਵਾਲੀ ਜਾਣਕਾਰੀ। ਇਸ ਤੋਂ ਇਲਾਵਾ ਇਹਦਾ ਇੱਕ ਜਿਹੜਾ ਮਨੋਰਥ ਮਿੱਥਿਆ ਗਿਆ ਸੀਗਾ ਕਿ ਸੋਸ਼ਲ ਮੀਡੀਆ ਸੈਂਟੀਮੈਂਟ, ਲੋਕਾਂ ਦਾ ਮਿਜਾਜ ਕੀ ਹੈ, ਇਸ ਗੱਲ ਨੂੰ ਭਾਂਪਿਆ ਜਾਊਗਾ ਔਰ ਉਹਨੂੰ ਭਾਂਪਣ ਤੋਂ ਬਾਅਦ ਹਰ ਰੋਜ਼ 6 ਲੇਖੇ ਜਿੱਦਾਂ ਆਪਾਂ ਕਿਹਾ ਕਿ ਉਹ ਤਿਆਰ ਹੋਣਗੇ। 3 ਸ਼੍ਰੇਣੀਆਂ ਦੇ ਵਿੱਚ ਜਾਣਕਾਰੀ ਦੀ ਵੰਡ ਕੀਤੀ ਜਾਊਗੀ, ਕਿਹੜੀ ਹਾਂ ਪੱਖੀ ਹੈ, ਕਿਹੜੀ ਨਾ ਪੱਖੀ ਹੈ ਤੇ ਕਿਹੜੀ ਬੇਲਾਗ ਹੈ। ਉਸ ਤੋਂ ਬਾਅਦ ਦੇ ਵਿੱਚ ਕੀਤਾ ਕੀ ਕੁਛ ਜਾਣਾ ਆ, ਲੋਕਾਂ ਦੀਆਂ ਧਾਰਨਾਵਾਂ ਨੂੰ ਕਿਸ ਤਰ੍ਹਾਂ ਬਦਲਿਆ ਜਾਵੇ, ਹਾਊ ਕੁਡ ਪਬਲਿਕ ਪਰਸੈਪਸ਼ਨ ਬੀ ਮੋਲਡਡ, ਜਨਤਾ ਵਿੱਚ ਰਾਸ਼ਟਰਵਾਦੀ ਭਾਵਨਾਵਾਂ ਕਿਵੇਂ ਭਰੀਆਂ ਜਾਣ, ਹਾਊ ਕੁਡ ਨੈਸ਼ਨਲਿਸਟਿਕ ਫੀਲਿੰਗ ਬੀ ਇਨਕਲਕੇਟਡ ਇਨ ਦਾ ਮਾਸਿਸ, ਇੰਡੀਆ ਪ੍ਰਤੀ ਧਾਰਨਾ ਨੂੰ ਕਿਵੇਂ ਸੁਧਾਰਿਆ ਜਾਵੇ, ਹਾਊ ਕੁਡ ਦਾ ਪਰਸੈਪਸ਼ਨ ਮੈਨੇਜਮੈਂਟ ਆਫ ਇੰਡੀਆ ਬੀ ਇੰਪਰੂਵਡ, ਇੰਡੀਆ ਦੇ ਵਿਰੋਧੀਆਂ ਨੂੰ ਕਿਵੇਂ ਜਵਾਬ ਦਿੱਤਾ ਜਾਵੇ ਤੇ ਚੁੱਪ ਕਰਾਇਆ ਜਾਵੇ, ਹਾਊ ਕੁਡ ਇੰਡੀਆਜ਼ ਐਡਵਰਸਰੀਜ਼ ਬੀ ਪ੍ਰੈਡਿਕਟਡ ਐਂਡ ਰਿਪਲਾਈਡ ਔਰ ਨਿਊਟਰਲਾਈਜ਼ਡ।
ਉਹਨਾਂ ਨੂੰ ਚੁੱਪ ਕਿਵੇਂ ਕਰਾਇਆ ਜਾਵੇ ਜਾਂ ਉਹਨਾਂ ਨੂੰ ਬਿਲਕੁਲ ਦਬਾਇਆ ਜਿਹੜਾ ਆ ਉਹ ਕਿਸ ਤਰੀਕੇ ਨਾਲ ਜਾਵੇ, ਇਹਦਾ ਬਿਲਕੁਲ ਖਾਸ ਜਿਹੜਾ ਆ ਉਹ ਜ਼ਿਕਰ ਸੀਗਾ। ਸੋ ਇਹਦੇ ਨਾਲ ਹੀ ਜੁੜਵਾਂ ਇੱਕ ਹੋਰ ਨੈਟਵਰਕ ਹੈ ਜਿਹਨੂੰ ਕਿਹਾ ਜਾਂਦਾ I4C, I ਤੇ 4C, ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ। ਇਹਦੀ ਤਜਵੀਜ਼ ਵੀ ਜਿਹੜੀ ਹੈ ਉਹ ਸਾਲ 2018 ਦੇ ਵਿੱਚ ਹੀ ਆਈ ਸੀ ਔਰ ਇਹਦੇ ਤਹਿਤ ਇਹ ਸੀਗਾ ਕਿ ਬਿਜਾਲੀ ਮੁਖਬਰ ਤੰਤਰ ਜਿਹੜਾ ਆ ਉਹ ਖੜਾ ਕੀਤਾ ਜਾਊਗਾ। ਇਹ ਜਿਹੜਾ ਖਿਆਲੀ ਜਗਤ ਹੈਗਾ ਜਾਂ ਬਿਜਲ ਸੰਸਾਰ ਹੈਗਾ, ਇਹਦੇ ਵਿੱਚ ਕਿਉਂਕਿ ਅਸਲ ਜਿਹੜਾ ਤੰਤਰ ਹੈ ਉਹਦੇ ਵਿੱਚ ਤੇ ਆਪਾਂ ਨੂੰ ਪਤਾ ਹੈ ਵੀ ਕਿੰਨੇ ਮੁਖਬਰ ਹੁੰਦੇ ਨੇ ਜਿਹੜੇ ਸਰਕਾਰ ਨੂੰ ਮੁਖਬਰੀ ਕਰਦੇ ਆ, ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਜਿਹੜੀ ਜਾਣਕਾਰੀ ਆ ਉਹਦੇ ਬਾਰੇ 'ਚ ਦੱਸਿਆ ਜਾਂਦਾ ਹੈ। ਸੋ ਉਹਦੇ ਵਾਸਤੇ ਇੱਕ ਸਾਈਬਰ ਵਲੰਟੀਅਰ ਨਾਂ ਦੀ ਇੱਕ ਸਹੂਲਤ ਜਿਹੜੀ ਆ ਉਹ ਕੀਤੀ ਗਈ, ਜਿਹਦੇ ਵਾਸਤੇ ਇੱਕ ਪੋਰਟਲ ਜਿਹੜਾ ਆ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਜਿਹੜਾ ਉਹ ਸ਼ੁਰੂ ਕੀਤਾ ਗਿਆ। ਕੋਈ ਵੀ ਵਿਅਕਤੀ ਉਹਦੇ ਉੱਪਰ ਜਾ ਕੇ ਕਰ ਸਕਦਾ। ਉਹਨਾਂ ਦੇ ਵਾਸਤੇ ਜੋ ਹਦਾਇਤਾਂ ਦਿੱਤੀਆਂ ਗਈਆਂ ਉਹਦੇ 'ਚ ਇਹ ਕਿਹਾ ਗਿਆ ਕਿ ਇਤਰਾਜ਼ਯੋਗ ਜਾਣਕਾਰੀ ਕਿਹੜੀ ਹੈ, ਜਿਹੜੀ ਇੰਡੀਆ ਦੀ ਏਕਤਾ, ਅਖੰਡਤਾ, ਸੁਰੱਖਿਆ, ਡਿਫੈਂਸ, ਦੂਜੇ ਮੁਲਕਾਂ ਨਾਲ ਦੋਸਤਾਨਾ ਸੰਬੰਧ, ਜਨਤਕ ਪ੍ਰਬੰਧ, ਪਬਲਿਕ ਆਰਡਰ ਜਾਂ ਕਮਿਊਨਲ ਹਾਰਮੋਨੀ, ਇਹਨਾਂ ਚੀਜ਼ਾਂ ਨੂੰ ਨੁਕਸਾਨ ਕਰਨ ਵਾਲੀ ਹੋਵੇ। ਪਰ ਇਹ ਕੀ ਨੇ? ਇੰਡੀਆ ਦੀ ਏਕਤਾ, ਅਖੰਡਤਾ ਕੀ ਹੈ, ਸੁਰੱਖਿਆ, ਬਚਾਅ, ਦੂਜੇ ਮੁਲਕਾਂ ਨਾਲ ਦੋਸਤਾਨਾ ਸੰਬੰਧ, ਜਨਤਕ ਪ੍ਰਬੰਧ ਤੇ ਕਮਿਊਨਲ ਹਾਰਮੋਨੀ ਕੀ ਹੈ, ਇਸ ਗੱਲ ਨੂੰ ਕਿਤੇ ਵੀ ਪਰਿਭਾਸ਼ਿਤ ਜਿਹੜਾ ਆ ਉਸ ਤੰਤਰ ਦੇ ਤਹਿਤ ਨਹੀਂ ਕੀਤਾ ਗਿਆ। ਔਰ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ? ਜਦੋਂ ਤੁਸੀਂ ਕੋਈ ਵੀ ਜਾਣਕਾਰੀ ਪਾ ਰਹੇ ਹੋ, ਤੁਸੀਂ ਇੱਕ ਪੋਸਟ ਪਾਈ ਹੈ, ਉਹਦੇ ਉੱਪਰ ਜਿਹੜੇ ਬੰਦੇ ਸਾਈਬਰ ਮੁਖਬਰ ਹਨ ਉਹਨਾਂ ਨੇ ਦੇਖਿਆ, ਉਹਨੂੰ ਲੱਗਦਾ ਕਿ ਇਹ ਜਾਣਕਾਰੀ ਜਿਹੜੀ ਹੈ ਇਹ ਠੀਕ ਨਹੀਂ ਹੈਗੀ, ਤਾਂ ਉਹ ਉਸੇ ਵੇਲੇ ਹੀ ਥੱਲੇ ਕਮੈਂਟਾਂ ਦੇ ਵਿੱਚ ਜਾਂ ਜੇ ਉਹ ਟਵਿੱਟਰ ਆ ਤੇ ਟਵੀਟ ਦੇ ਵਿੱਚ ਮੈਂਸ਼ਨ ਕਰਕੇ ਜਾਂ ਤੁਹਾਡੀ ਟਵੀਟ ਨੂੰ ਕੋਟ ਟਵੀਟ ਕਰਕੇ ਉਹ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਟੈਕਨੋਲੋਜੀ, ਈ ਸਿਕਿਉਰਿਟੀ, ਸਾਈਬਰ ਲਾ ਗਰੁੱਪ, ਨੈਸ਼ਨਲ ਕ੍ਰਾਈਮ ਰਿਪੋਰਟਿੰਗ ਪੋਰਟਲ ਜਿਹੜਾ ਹੈਗਾ ਆ, ਸੋ ਇਹਨਾਂ ਸਾਰਿਆਂ ਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਇਹਨਾਂ ਨੂੰ ਟੈਗ ਕਰਕੇ ਕਹਿੰਦੇ ਆ ਕਿ ਇਹ ਵਾਲੀ ਜਿਹੜੀ ਜਾਣਕਾਰੀ ਹੈ ਇਹ ਠੀਕ ਨਹੀਂ ਹੈਗੀ, ਇਹ ਹਟਾਈ ਜਾਣੀ ਚਾਹੀਦੀ ਹੈ। ਮੈਂ ਆਪਣੀ ਇੱਕ ਮਿਸਾਲ ਤੁਹਾਡੇ ਨਾਲ ਸਾਂਝੀ ਕਰਦਾ। ਜਦੋਂ ਰੋਕਾਂ ਲੱਗੀਆਂ ਸਾਰੀਆਂ ਇਹ ਟਵਿੱਟਰ ਦੇ ਉੱਪਰ, ਮੈਂ ਆਪਣਾ ਟਵਿੱਟਰ ਖਾਤਾ ਦੇਖਿਆ ਤਾਂ ਟਵਿੱਟਰ ਦੀ ਇਹ ਖਾਸੀਅਤ ਹੈ ਕਿ ਜਿਹੜੀ ਜਾਣਕਾਰੀ ਰੋਕੀ ਜਾਂਦੀ ਹੈ ਉਹ ਲੁਕਾਉਂਦੇ ਨਹੀਂ ਹੈ ਕਿ ਅਸੀਂ ਜਾਣਕਾਰੀ ਰੋਕ ਰਹੇ ਹਾਂ। ਫੇਸਬੁੱਕ ਜਾਂ YouTube ਵਾਂਗੂ ਨਹੀਂ ਹੈਗੇ। ਉਹਦੇ ਉੱਪਰ ਆਊਗਾ ਕਿ ਜੇ ਮੰਨ ਲਓ ਕਿ ਹਰਮੀਤ ਸਿੰਘ ਹੋਣਾ ਦੀ ਪਾਈ ਜਾਣਕਾਰੀ ਰੋਕੀ, ਤੇ ਇਹ ਆਊਗਾ ਕਿ ਹਰਮੀਤ ਸਿੰਘ ਹੋਣਾ ਨੇ ਕੁਝ ਪਾਇਆ ਆ, ਪਰ ਕਿਉਂਕਿ ਉਹਨਾਂ ਦਾ ਖਾਤਾ ਇੰਡੀਆ 'ਚ ਰੋਕਿਆ ਗਿਆ ਇਸ ਕਰਕੇ ਤੁਸੀਂ ਦੇਖ ਨਹੀਂ ਸਕਦੇ ਕਿ ਇਹਨਾਂ ਨੇ ਕੀ ਪਾਇਆ ਆ। ਇਹ ਚੀਜ਼ ਲਿਖ ਕੇ ਉਹ ਸੁਨੇਹਾ ਦਿਖਾ ਦਿੰਦੇ ਆ। ਮੈਂ ਜਦੋਂ ਆਪਣਾ ਖੋਲ੍ਹਿਆ, ਜਿਹੜੀ ਟਵਿੱਟਰ ਦੀ ਟਾਈਮਲਾਈਨ ਮੈਨੂੰ ਦਿਸ ਰਹੀ ਸੀਗੀ ਫੀਡ, ਉਹਦੇ ਵਿੱਚ ਜਿੰਨੀ ਵੀ ਜਾਣਕਾਰੀ ਆ ਰਹੀ ਸੀ, ਮੇਰੇ ਖਿਆਲ 7 ਜਾਂ 8 ਜਾਣਕਾਰੀਆਂ ਸੀਗੀਆਂ, ਉਹਨਾਂ ਸਾਰੀਆਂ ਦੇ ਉੱਪਰ ਹੀ ਇਹ ਸੁਨੇਹਾ ਆ ਰਿਹਾ ਸੀ ਔਰ ਸਾਰੀਆਂ ਜਾਣਕਾਰੀਆਂ ਵੱਖਰੇ ਵੱਖਰੇ ਵਿਅਕਤੀਆਂ ਦੇ ਵੱਲੋਂ ਪਾਈਆਂ ਗਈਆਂ ਸੀਗੀਆਂ। ਤੇ ਮੈਂ ਉਹਦਾ ਇੱਕ ਸਕਰੀਨਸ਼ਾਟ ਲਿਆ, ਉਹ ਲੈ ਕੇ ਟਵਿੱਟਰ ਦੇ ਉੱਪਰ ਇਹ ਗੱਲ ਲਿਖ ਕੇ ਪਾਈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਦੀ ਸਥਿਤੀ ਕੀ ਹੈਗੀ ਹੈ, ਇਹ ਮੇਰੀ ਟਵਿੱਟਰ ਟਾਈਮਲਾਈਨ ਦੇ ਇਸ ਸਕਰੀਨਸ਼ਾਟ ਤੋਂ ਪ੍ਰਤੱਖ ਨਜ਼ਰ ਆ ਜਾਂਦਾ ਕਿ ਉਹਦੀ ਸਥਿਤੀ ਕੀ ਹੈਗੀ ਹੈ। ਉਹਦੇ ਥੱਲੇ ਘੱਟੋ ਘੱਟ 40-50 ਬੰਦਿਆਂ ਨੇ ਉਹਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਮਾਈਟੀ ਨੂੰ ਟੈਗ ਕੀਤਾ ਕਿ ਇਹ ਜਾਣਕਾਰੀ ਜਿਹੜੀ ਆ ਉਹ ਹਟਾਈ ਜਾਣੀ ਚਾਹੀਦੀ ਹੈ। ਹੁਣ ਇਹਨਾਂ ਏਕਤਾ, ਅਖੰਡਤਾ, ਸੁਰੱਖਿਆ, ਦੂਜੇ ਮੁਲਕਾਂ ਨਾਲ ਦੋਸਤਾਨਾ ਸੰਬੰਧ, ਫਿਰਕੂ ਸਦਭਾਵਨਾ ਤੇ ਪਬਲਿਕ ਆਰਡਰ ਕਿਹੜੇ ਦੇ ਵਿੱਚ ਮਤਲਬ ਆਪਾਂ ਮੰਨੀਏ ਕਿ ਸੀ, ਔਰ ਉਸ ਤੋਂ ਅਗਲੇ ਦਿਨ ਮੇਰਾ ਖਾਤਾ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ। ਸੋ ਇੱਕ ਗੱਲ ਇਹਦੇ ਵਿੱਚ ਖਾਸ ਸੀਗੀ, ਸਮੇਂ ਦੀ ਸੀਮਤਾਈ ਆ, ਮੈਂ ਕੋਸ਼ਿਸ਼ ਕਰਦਾ ਕਿ 5 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਸਮਾਪਤੀ ਜਿਹੜੀ ਆ ਉਹ ਕੀਤੀ ਜਾਵੇ। ਤੇ ਉਹਦੇ ਵਿੱਚ ਇੱਕ ਖਾਸ ਗੱਲ ਇਹ ਸੀਗੀ ਕਿ ਜਿਹੜਾ ਇਹ ਨੈਟਵਰਕ ਬਣੂਗਾ I4C ਵਾਲਾ, ਉਹਦੇ ਵਿੱਚ ਜਿਹੜੇ ਥਾਣੇ ਨੇ ਉਹਨਾਂ ਨੂੰ ਸਿੱਧਾ ਇਸ ਨੈਟਵਰਕ ਦੇ ਨਾਲ ਜੋੜਿਆ ਜਾਊਗਾ ਔਰ ਜਦੋਂ ਕੋਈ ਵੀ ਜਾਣਕਾਰੀ ਪੈ ਰਹੀ ਹੈ ਉਹਨੂੰ ਖੰਗਾਲਿਆ ਜਾ ਰਿਹਾ ਆ, ਉਸ ਤੋਂ ਬਾਅਦ 'ਚ ਅਗਲੇ ਲੈਵਲ 'ਤੇ ਫੈਸਲਾ ਲਿਆ ਜਾ ਰਿਹਾ ਕਿ ਇਹ ਜਾਣਕਾਰੀ ਰੋਕੀ ਜਾਣੀ ਹੈ, ਤਾਂ ਫਿਰ ਉਹਦੀ ਜਾਣਕਾਰੀ ਜਿਹੜੀ ਆ ਉਹ ਥਾਣਿਆਂ ਨੂੰ ਸਿੱਧੀ ਦਿੱਤੀ ਜਾਊਗੀ। ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੇ ਵੀ ਵਿਅਕਤੀਆਂ ਨੂੰ ਥਾਣਿਆਂ ਦੇ ਵਿੱਚ ਬੁਲਾਇਆ ਗਿਆ ਪੁੱਛਗਿੱਛ ਦੇ ਵਾਸਤੇ, ਉਹਦੇ ਵਾਸਤੇ ਡੋਜ਼ੀਅਰ ਆਏ। ਮੇਰੇ ਕੋਲ ਇੱਕ ਡੋਜ਼ੀਅਰ ਹੈ, ਪਰ ਉਹ ਭੇਜਣ ਵਾਲੇ ਨੇ ਇਹ ਗੱਲ, ਉਹਦੀ ਕਾਪੀ ਹੈਗੀ ਆ, ਪਰ ਭੇਜਣ ਵਾਲੇ ਨੇ ਕਿਹਾ ਸੀ ਕਿ ਜਨਤਕ ਨਾ ਕੀਤੀ ਜਾਵੇ, ਕਿਸੇ ਨੂੰ ਨਿੱਜੀ ਤੌਰ 'ਤੇ ਦੇਖਣੀ ਹੋਵੇ ਮੈਂ ਦਿਖਾ ਸਕਦਾ।
ਤਾਂ ਉਹ ਬਕਾਇਦਾ ਇੱਕ ਬਣੀ ਬਣਾਇਆ ਦਸਤਾਵੇਜ਼ ਆਉਂਦਾ ਆ, ਇਸ ਵਿਅਕਤੀ ਨੇ ਆਹ ਜਾਣਕਾਰੀ ਪਾਈ ਹੈ, ਆ ਇਹਦਾ URL ਹੈ, ਆ ਇਹਦੀ ਪ੍ਰੋਫਾਈਲ ਆ, ਇਸ ਤਰ੍ਹਾਂ ਦੀਆਂ ਇਹ ਸਰਗਰਮੀਆਂ ਕਰ ਰਿਹਾ ਹੈ, ਇਹਨਾਂ ਮੰਚਾਂ ਦੇ ਉੱਪਰ ਇਹ ਐਕਟਿਵ ਹੈਗਾ ਆ ਇਹਦੀ ਤਸਵੀਰ ਹੈ, ਇੱਥੋਂ ਦੀ ਇਹਦੀ ਪਬਲਿਕ ਡੋਮੇਨ ਦੇ ਵਿੱਚੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ ਰਹਿ ਰਿਹਾ। ਤੇ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਜਿਹੜੇ ਆ ਉਹ ਆਏ ਨੇ। ਹਰਸ਼ਰਨ ਕੌਰ ਹੋਣਾ ਦੇ ਘਰ ਪੁਲਿਸ ਗਈ ਔਰ ਉਹਨਾਂ ਨੇ ਇਹ ਗੱਲ ਪੱਤਰਕਾਰਾਂ ਨੂੰ ਦੱਸ ਦਿੱਤੀ, ਪੱਤਰਕਾਰਾਂ ਨੇ ਇਹ ਗੱਲ ਜਿਹੜੀ ਆ ਉਹ ਜਨਤਕ ਕਰ ਦਿੱਤੀ। ਪੰਜਾਬ ਪੁਲਿਸ ਨੇ ਕਹਿ ਦਿੱਤਾ ਕਿ ਇਹ ਫੇਕ ਜਾਣਕਾਰੀ ਹੈ, ਕਿ ਇਹਨਾਂ ਦੇ ਘਰ ਕੋਈ ਵੀ ਛਾਪਾ ਜਿਹੜਾ ਆ ਉਹ ਨਹੀਂ ਪਿਆ। ਹਾਲਾਂਕਿ ਉਹ ਇਹ ਗੱਲ ਕਹਿੰਦੇ ਕਿ ਸਾਡੇ ਕੋਲ ਲਗਭਗ 22-25 ਮਿੰਟ ਦੀ ਜਿਹੜੀ ਆ ਉਹ CCTV ਰਿਕਾਰਡਿੰਗ ਹੈ। ਔਰ ਉਸ ਤੋਂ ਬਾਅਦ ਦੇ ਵਿੱਚ ਇੱਕ ਉੱਚ ਅਫਸਰ ਨੇ ਜਦੋਂ ਮਿਲੇ ਉਹਨਾਂ ਨੂੰ ਤਾਂ ਉਹਨਾਂ ਨੇ ਅਫਸਰ ਨੇ ਇਹ ਗੱਲ ਕਹੀ ਕਿ ਸਾਨੂੰ ਸੈਂਟਰ ਤੋਂ ਹਦਾਇਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਤੇ ਸਾਨੂੰ ਵੀ ਬਿਲਕੁਲ ਇਹੀ ਜਾਣਕਾਰੀ ਸੀਗੀ ਕਿ ਜਿਹੜੀ ਜਾਣਕਾਰੀ ਹੈ ਉਹ ਡਾਇਰੈਕਟਲੀ ਹੋਮ ਮਿਨਿਸਟਰੀ ਤੋਂ ਆ ਰਹੀ ਹੈ, ਜਿਹੜੇ ਡੋਜ਼ੀਅਰ ਆ ਰਹੇ ਨੇ। ਸੋ ਉਹਦੇ ਤੋਂ ਪਤਾ ਲੱਗਦਾ ਕਿ ਇਹ ਸੋਮਿਕਾ ਤੰਤਰ, ਇਹ ਜਿਹੜਾ ਨੈਸ਼ਨਲ ਕ੍ਰਾਈਮ ਰਿਪੋਰਟਿੰਗ ਦਾ ਇੱਕ ਨੈਟਵਰਕ ਬਣਾਇਆ ਹੋਇਆ I4C ਵਾਲਾ, ਇਹ ਦੋਵੇਂ ਮਿਲ ਕੇ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਹੈ ਔਰ ਇੰਨੀ ਰੀਅਲ ਟਾਈਮ ਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਖੰਗਾਲੀ ਜਾ ਰਹੀ ਹੈ ਔਰ ਇਸ ਤਰੀਕੇ ਦੇ ਨਾਲ ਇਹ ਸਾਰਾ ਮਾਹੌਲ ਜਿਹੜਾ ਆ ਉਹ ਸਿਰਜਿਆ ਜਾ ਰਿਹਾ ਹੈ। ਸੋ ਇਸ ਤੋਂ ਅਗਲੀ ਇੱਕ ਦੋ ਜਾਣਕਾਰੀਆਂ ਹਨ, ਮੈਂ ਬਿਲਕੁਲ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦਾ। ਇੱਕ ਬੈਂਜਾਮਿਨ ਸਟ੍ਰਿਕ ਦੀ ਰਿਪੋਰਟ ਆਈ ਸੀ, ਸਿੱਖਾਂ ਦੇ ਨਾਵਾਂ ਦੇ ਉੱਪਰ ਜਾਲੀ ਖਾਤੇ ਬਣਾ ਕੇ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ। ਇਹ ਉਹਦੀ ਇੱਕ ਪ੍ਰਤੀਕਨੁਮਾ ਤਸਵੀਰ ਹੈ ਜਿਹਦੇ 'ਚ ਉਹਨਾਂ ਨੇ ਇਹ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖਾਂ ਦੇ ਨਾਵਾਂ ਦੇ ਉੱਪਰ ਜਾਲੀ ਖਾਤੇ ਬਣੇ ਹੋਏ ਨੇ ਔਰ ਉਹ ਸਿੱਖਾਂ ਨੂੰ ਹੀ ਟਾਰਗੇਟ ਕਰਦੇ ਆ। ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਅਸਲੀ ਸਿੱਖ ਹੈ, ਉਹ ਉਸ ਬਿਲਕੁਲ ਜਿਹੜਾ ਇੱਕ ਸਰਕਾਰੀ ਬਿਰਤਾਂਤ ਹੁੰਦਾ ਆ ਉਹਨੂੰ ਅੱਗੇ ਚਲਾਉਂਦੇ ਨੇ। ਔਰ ਇਹਦੇ ਵਿੱਚ ਜਿਹੜੀਆਂ ਤਾਰਾਂ ਦਿਖਾਈਆਂ ਜਾ ਰਹੀਆਂ, ਇਹ ਤਾਰਾਂ ਇਹ ਦਰਸਾਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਟਰੈਕਟ ਕਰ ਰਹੇ ਆ। ਉਹ ਬੈਂਜਾਮਿਨ ਸਟ੍ਰਿਕ ਦੀ ਜਿਹੜੀ ਰਿਪੋਰਟ ਹੈਗੀ BBC ਦੀ ਸਿੱਖ ਫੇਕ ਖਾਤਿਆਂ ਦੇ ਉੱਪਰ ਰਿਪੋਰਟ ਕਰਕੇ ਤੁਸੀਂ ਗੂਗਲ ਤੋਂ ਲੱਭੋਗੇ ਤਾਂ ਉਹ ਮਿਲ ਜਾਊਗੀ। ਇਸ ਤੋਂ ਅਗਲੀ ਇੱਕ ਚੀਜ਼ ਜਿਹੜੀ ਹੋਰ ਬਹੁਤ ਮਹੱਤਵਪੂਰਨ ਹੈ ਉਹ ਇਹ ਹੈ ਕਿ ਕੋਈ ਵੀ ਚੀਜ਼ ਜਦੋਂ ਫੈਲਣੀ ਸ਼ੁਰੂ ਹੁੰਦੀ ਹੈ ਤੇ ਉਹਦੇ ਫੈਲਣ ਦੇ ਦਾਇਰੇ ਕਿਹੜੇ ਨੇ, ਇਹ ਵੀ ਬੈਂਜਾਮਿਨ ਸਟ੍ਰਿਕ ਨੇ ਹੀ ਇਹ ਨਕਸ਼ ਜਿਹੜੇ ਆ ਜਾਂ ਇਹ ਪੈਟਰਨ ਜਿਹੜਾ ਉਹਨੇ ਇਹਦੀ ਸ਼ਨਾਖਤ ਕਰਕੇ ਸਾਹਮਣੇ ਰੱਖਿਆ, ਜਿਹਦੇ ਵਿੱਚ ਉਹਨੇ ਦੱਸਿਆ ਕਿ ਕੋਈ ਵਿਅਕਤੀ ਜਾਣਕਾਰੀ ਪਾ ਰਿਹਾ, ਬਹੁਤੀ ਜ਼ਿਆਦਾ ਨਹੀਂ ਫੈਲ ਰਹੀ, ਇੱਕ ਮੰਚ ਦੇ ਉੱਪਰ ਫੈਲ ਰਹੀ ਹੈ, ਬਹੁਤੇ ਜ਼ਿਆਦਾ ਮੰਚਾਂ ਦੇ ਉੱਪਰ ਨਹੀਂ ਫੈਲ ਰਹੀ। ਉਸ ਤੋਂ ਬਾਅਦ ਦੇ ਵਿੱਚ ਬਿਜਲ ਸੱਥ ਦੇ ਉੱਪਰ ਬਹੁਤ ਜ਼ਿਆਦਾ ਫੈਲ ਰਹੀ ਹੈ। ਉਸ ਤੋਂ ਬਾਅਦ ਦੇ ਵਿੱਚ ਉਹ ਜਾਣਕਾਰੀ ਜਿਹੜੀ ਆ ਉਹ ਮਲਟੀਪਲ ਸਾਧਨਾਂ ਦੇ ਉੱਪਰ ਚਲੀ ਜਾਂਦੀ ਹੈ, ਬਿਜਲ ਸੱਥ, ਰੇਡੀਓ, ਟੈਲੀਵਿਜ਼ਨ, ਇਹਨਾਂ ਦੇ ਉੱਪਰ ਚਲੀ ਜਾਂਦੀ ਹੈ। ਇਸ ਦੇ ਵਿੱਚ ਅੱਗੇ ਇੱਕ ਕੈਟੇਗਰੀ ਪੰਜਵੀਂ ਹੈਗੀ ਹੈ ਸੈਲੀਬ੍ਰਿਟੀ ਐਂਪਲੀਫਾਈਂਗ। ਹੁਣ ਤੁਸੀਂ ਦੇਖੋ ਕਿ ਜਦੋਂ ਇਹ ਸਾਰਾ ਦਮਨ ਚੱਕਰ ਚੱਲ ਰਿਹਾ ਸੀਗਾ ਉਦੋਂ ਸਵਿਗੀ ਨੇ ਇੱਕ ਦਾਲਾਂ ਦੀ ਸੇਵਾ ਜਿਹੜੀ ਆ ਉਹ ਸ਼ੁਰੂ ਕੀਤੀ। ਆਪਾਂ ਨੂੰ ਪਤਾ ਕਿ ਉਹ ਇੱਕ ਸਿੰਘ ਸੀ, ਪ੍ਰਧਾਨ ਮੰਤਰੀ ਕਰਕੇ ਉਹ ਬਾਜੇ ਕੇ ਕਰਕੇ ਕਿਹਾ ਜਾਂਦਾ। ਉਹਨੇ ਕਿਤੇ ਉਹ ਜਦੋਂ ਉਹਨੂੰ ਫੜਨ ਵਾਸਤੇ ਪੁਲਿਸ ਗਈ ਤਾਂ ਉਹਨੇ ਕਹਿ ਦਿੱਤਾ ਪੁਲਿਸ ਆ ਗਈ ਪੁਲਿਸ। ਇਸ ਗੱਲ ਦਾ ਬਕਾਇਦਾ ਮੀਮ ਬਣਾ ਕੇ ਸਵਿਗੀ ਦੇ ਵੱਲੋਂ 3-4 ਦਿਨ ਚਲਾਇਆ ਗਿਆ, ਕਿਉਂਕਿ ਦਾਲਾਂ ਨੂੰ ਅੰਗਰੇਜ਼ੀ ਦੇ ਵਿੱਚ ਪਲਸ ਕਹਿੰਦੇ ਆ ਤੇ ਪਲਸ ਤੇ ਪੁਲਿਸ ਜਿਹੜਾ ਆ ਇਹ ਆਪਸ ਦੇ ਵਿੱਚ ਰਲਦਾ। ਸੋ ਸੈਲੀਬ੍ਰਿਟੀ ਐਂਪਲੀਫਾਈਂਗ ਜਿਹੜੀ ਆ ਉਹ ਸਾਹਮਣੇ ਆ ਰਹੀ। ਤੇ ਆਖਰੀ ਗੱਲ ਕੈਟੇਗਰੀ 6 ਉਹਨੇ ਕਹੀ ਪੋਲਿਸੀ ਰਿਸਪੌਂਸ। ਹੁਣ ਪੋਲਿਸੀ ਰਿਸਪੌਂਸ ਬਾਰੇ ਆਪਾਂ ਬੜੇ ਵਿਸਤਾਰ ਦੇ ਵਿੱਚ ਗੱਲ ਕਰ ਰਹੀ। ਆ ਜਿੰਨਾ ਥਾਣਿਆਂ 'ਚ ਬੁਲਾਉਣ ਦਾ, ਛਾਪੇ ਮਾਰਨ ਦਾ, ਬੰਦਿਆਂ ਦੇ ਕੋਲੋਂ ਲਿਖਾ ਕੇ ਲੈਣ ਦਾ, ਉਹਨਾਂ ਦੇ ਫੋਨ ਜ਼ਬਤ ਕਰਨ ਦਾ, ਫੋਨਾਂ ਦਾ ਡਾਟਾ ਕੱਢਣ ਦਾ, ਇਹ ਸਾਰਾ ਪੋਲਿਸੀ ਰਿਸਪੌਂਸ ਹੈ ਜਿਹੜਾ ਬਿਲਕੁਲ ਸਰਕਾਰੀ ਤੰਤਰ ਦੇ ਪੱਧਰ ਦੇ ਉੱਪਰ ਹੋਇਆ। ਸੋ ਇਹ ਜਿਹੜੀ ਰਿਪੋਰਟ, ਇੱਕ ਗੱਲ ਹੋਰ ਬਹੁਤ ਮਹੱਤਵਪੂਰਨ ਹੈ ਉਹ ਇਹ ਹੈ ਕਿ ਬੈਂਜਾਮਿਨ ਸਟ੍ਰਿਕ ਨੇ ਜਦੋਂ ਇਹ ਸਾਰਾ ਦਮਨ ਚੱਕਰ ਸ਼ੁਰੂ ਹੋਇਆ ਤਾਂ ਉਹਨੇ ਇਹ ਗੱਲ ਕਹੀ ਕਿ ਜਿਹੜੇ ਨਕਲੀ ਖਾਤਿਆਂ ਦੀ ਰਿਪੋਰਟ ਅਸੀਂ 2021 ਦੇ ਵਿੱਚ ਕੀਤੀ ਸੀ, ਇਸ ਵੇਲੇ ਉਹ ਨੈਟਵਰਕ ਸਭ ਤੋਂ ਵੱਧ ਸਰਗਰਮ ਹੈ। ਸੋ ਇਸ ਸਾਰੇ ਕਾਸੇ ਤੋਂ ਇਹ ਗੱਲ ਦਾ ਪਤਾ ਲੱਗਦਾ ਹੈ। ਕੁਝ ਇੱਕ ਚੀਜ਼ਾਂ ਹੋਰ ਹਨ ਪਰ ਉਹ ਹੁਣ ਆਪਾਂ ਸਮੇਂ ਦੀ ਕਮੀ ਕਰਕੇ ਉਹਨਾਂ ਨੂੰ ਅੱਗੇ ਪਾਉਂਦੇ ਹਾਂ। ਇੱਕ ਐਡੀਟਰਸ ਗਿਲਡ ਆਫ ਇੰਡੀਆ ਦੀ ਸਟੇਟਮੈਂਟ ਹੈ ਜਿਹਦੇ ਵਿੱਚ ਉਹਨੇ ਰੋਕਾਂ, ਖਾਸ ਕਰਕੇ ਜਿਹੜੀਆਂ ਬਿਜਲ ਸੱਥ ਦੇ ਉੱਪਰ ਰੋਕਾਂ ਲੱਗੀਆਂ ਤੇ ਵਿਚਾਰਾਂ ਦੀ ਆਜ਼ਾਦੀ, ਇਸ ਮਾਮਲੇ ਦੇ ਵਿੱਚ 5 ਨੁਕਤੇ ਬਹੁਤ ਅਹਿਮ ਜਿਹੜੇ ਨੇ ਉਹ ਕੀਤੇ ਆ। ਇਹ ਸਟੇਟਮੈਂਟ ਆਪਾਂ ਬਾਅਦ ਦੇ ਵਿੱਚ ਸਾਂਝੀ ਕਰ ਲਵਾਂਗੇ, ਇਹਦੇ ਵਿੱਚ ਨੁਕਤੇ ਜਿਹੜੇ ਆ ਉਹ ਕਰਨ ਦਾ ਆਪਣੇ ਕੋਲ ਸਮਾਂ ਨਹੀਂ ਹੈਗਾ। ਹੁਣ ਆਖਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਹਦੇ ਵਿੱਚ
ਨਿਊਯਾਰਕ ਟਾਈਮਜ਼ ਦੇ ਚੇਅਰਮੈਨ ਨੇ, ਮੈਂ ਉਹਨਾਂ ਦੀ ਇੱਕ ਕੋਟੇਸ਼ਨ ਹੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। 3 ਕੁ ਦਿਨ ਪਹਿਲਾਂ ਪ੍ਰੈਸ ਫਰੀडम ਦਾ ਜਿਹੜਾ ਯੂਨਾਈਟਿਡ ਨੇਸ਼ਨ ਵੱਲੋਂ ਮਿੱਥਿਆ ਗਿਆ ਦਿਹਾੜਾ ਉਹ ਸੀਗਾ। ਉਸ ਦਿਨ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਵੈਬਸਾਈਟ 'ਤੇ ਰਿਪੋਰਟ ਲੱਗੀ ਉਹਦੇ ਵਿੱਚ ਇੱਕ ਕੋਟੇਸ਼ਨ ਉਹਨਾਂ ਦੀ ਹੈ। ਉਹ ਕਹਿੰਦੇ ਕਿ ਆਲ ਓਵਰ ਦਾ ਵਰਲਡ autocrats and those who aspire to join their ranks have used censorship, media repression and attacks on journalists to consolidate power. That's because gaining control of information is essential to gaining control of everything else. ਜਾਣਕਾਰੀ ਦੇ ਉੱਪਰ ਕਬਜ਼ਾ ਕਰਨਾ ਬਾਕੀ ਸਾਰੇ ਕਾਸੇ ਦੇ ਉੱਪਰ ਕਬਜ਼ਾ ਕਰਨ ਦੀ ਕੁੰਜੀ ਹੈ। ਸੋ ਇਸ ਕਰਕੇ ਇਸ ਤਰੀਕੇ ਦੇ ਨਾਲ ਇਹ ਨੈਟਵਰਕ ਜਿਹੜਾ ਉਹ ਚੱਲਿਆ। ਬਿਲਕੁਲ ਮੇਰਾ ਜਿਹੜਾ ਆਖਰੀ ਨੁਕਤਾ ਅੱਜ ਦਾ ਹੈ ਉਹ ਇਹ ਹੈ ਕਿ ਜਿਸ ਦਿਨ ਸਿੱਖ ਮੀਡੀਆ ਦੇ ਉੱਪਰ ਰੋਕਾਂ ਲੱਗਣੀਆਂ ਸ਼ੁਰੂ ਹੋਈਆਂ ਸੀ, ਉਦੋਂ ਮੈਂ ਲਗਭਗ ਖਾਸ ਕਰਕੇ ਪ੍ਰਿੰਟ 'ਚ ਜਿਨ੍ਹਾਂ ਨੂੰ ਜਾਣਦਾ ਸੀ ਤੇ ਜਿਨ੍ਹਾਂ ਨੂੰ ਵੈਬ ਮੀਡੀਆ ਦੇ ਵਿੱਚ ਮੇਨ ਸਟ੍ਰੀਮ ਵੈਬ ਮੀਡੀਆ 'ਚ ਜਾਣਦਾ ਸੀ, ਸਾਰਿਆਂ ਨੂੰ ਕਿਹਾ ਸੀਗਾ ਕਿ ਭਾਈ ਸਰਕਾਰ ਤਾਕਤ ਦੀ ਦੁਰਵਰਤੋਂ ਦਾ ਰਾਹ ਮੋਕਲਾ ਕਰ ਰਹੀ ਹੈ। ਤੇ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਤਾਕਤ ਦੀ ਦੁਰਵਰਤੋਂ ਦਾ ਰਾਹ ਇੱਦਾਂ ਹੀ ਮੋਕਲਾ ਹੁੰਦਾ। ਪਹਿਲੋਂ ਉਹਨਾਂ ਬੰਦਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਦਿਖਾ ਸਕੋ ਕਿ ਇਹ ਵੱਖਰੇ ਸੀਗੇ ਤਾਂ ਕਰਕੇ ਇਹਨਾਂ ਦੇ ਨਾਲ ਇਹ ਵਾਪਰਿਆ। ਪਰ ਜਦੋਂ ਰਾਹ ਮੋਕਲਾ ਹੋ ਜਾਂਦਾ ਹੈ ਤੇ ਉਹਦਾ ਦਾਇਰਾ ਜਿਹੜਾ ਆ ਉਹਦੀ ਮਾਰ ਦੇ ਹੇਠ ਸਾਰੇ ਹੀ ਆਉਂਦੇ ਨੇ। ਸੋ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖੋ ਸਿੱਖ ਮੀਡੀਆ 'ਤੇ ਰੋਕਾਂ ਲੱਗੀਆਂ, ਪੰਜਾਬੀ ਵੈਬ ਮੀਡੀਆ ਚੁੱਪ ਰਿਹਾ। ਅੱਜ ਪੰਜਾਬੀ ਵੈਬ ਮੀਡੀਆ ਦੇ ਉੱਤੇ ਰੋਕਾਂ ਲੱਗੀਆਂ, ਪੰਜਾਬ ਦੇ ਕਿਸੇ ਅਖਬਾਰ ਨੇ ਐਡੀਟੋਰੀਅਲ ਨਹੀਂ ਲਿਖਿਆ। ਕਿੰਨਾ ਕੁਛ ਹੋਇਆ, ਚੈਨਲ ਰੋਕੇ ਗਏ, ਲੋਕਾਂ ਦੀ 10-10 ਸਾਲ ਦੀ ਮਿਹਨਤ ਜਿਹੜੀ ਹੈ ਉਹ ਪਲਾਂ ਦੇ ਵਿੱਚ ਮਿੱਟੀ ਕਰ ਦਿੱਤੀ ਗਈ। ਕਰੋੜਾਂ ਦੀ ਵਿਊਅਰਸ਼ਿਪ ਵਾਲੇ ਚੈਨਲ ਜਿਹੜੇ ਆ ਉਹ ਸਿਫਰਾਂ ਦੇ ਉੱਤੇ ਆ ਗਏ। ਪੱਤਰਕਾਰਾਂ ਦੇ ਘਰਾਂ ਦੇ ਵਿੱਚ ਛਾਪੇ ਪਏ, ਉਹਨਾਂ ਦੇ ਫੋਨ ਜ਼ਬਤ ਕੀਤੇ ਗਏ, ਫੋਨਾਂ 'ਚੋਂ ਡਾਟਾ ਕਾਪੀ ਕੀਤਾ ਗਿਆ। ਕਿਸੇ ਦੇ ਫੋਨ 'ਚ ਉਹਦਾ ਆਧਾਰ ਕਾਰਡ ਹੋ ਸਕਦਾ, ਕੋਈ ਵੀ ਦੁਰਵਰਤੋਂ ਉਹਦੀ ਹੋ ਸਕਦੀ ਹੈ। ਪੱਤਰਕਾਰਾਂ ਦੇ ਉੱਪਰ ਕੇਸ ਬਣੇ, ਬੀਬੀਆਂ ਪੱਤਰਕਾਰਾਂ ਦੇ ਘਰਾਂ 'ਚ ਛਾਪੇ ਮਾਰੇ। ਕਿਸੇ ਅਖਬਾਰ ਦੇ ਕੋਲੋਂ ਇੰਨਾ ਨਹੀਂ ਸਰਿਆ ਕਿ ਇੱਕ ਐਡੀਟੋਰੀਅਲ ਲਿਖ ਦਿੱਤਾ ਜਾਵੇ। ਨਕਸ਼ਦਿਓਬੰਦੀ ਦਾ ਇੱਕ ਸ਼ੇਅਰ ਹੈ, ਮੈਂ ਉਹ ਪੜ੍ਹ ਕੇ ਸਮਾਪਤੀ ਕਰ ਦਿੰਦਾ ਕਿ ਜਲਤੇ ਘਰ को देखने वालों फूस का छप्पर आपका है, आग के पीछे तेज हवा है, आगे मुकद्दर आपका है, उसके कत्ल पर मैं भी चुप था, मेरी बारी अब आई है, मेरे कत्ल पर तुम भी चुप हो, अगला नंबर आपका है। वाहिगुरू जी का खालसा, वाहिगुरू जी की फतेह।